ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 14 ਮਈ ਹੈ, ਦਿਨ ਸ਼ੁੱਕਰਵਾਰ ਹੈ। ਅੱਜ ਸੰਗਰਾਂਦ ਵੀ ਹੈ ਕਿਉਂਕਿ ਅੱਜ ਦੇਸੀ ਨਵਾਂ ਮਹੀਨਾ ਵੀ ਚੜ ਗਿਆ ਹੈ। 1 ਜੇਠ ਹੈ ਨਾਨਕ ਸ਼ਾਹੀ ਸੰਮਤ ਦੇ ਮੁਤਾਬਿਕ। ਵਿਸਥਾਰ ਦੇ ਵਿੱਚ ਖਬਰਾਂ ਤੋਂ ਪਹਿਲਾਂ ਪੂਰੇ ਦੇਸ਼ ਦੁਨੀਆ ਦੀਆਂ ਹੈਡਲਾਈਨਸ ਆਪਾਂ ਜ਼ਰੂਰ ਸੁਣ ਲੈਂਦੇ ਹਾਂ। ਸੁਪਰੀਮ ਕੋਰਟ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਨੇ। ਦਿੱਲੀ, ਯੂਪੀ ਅਤੇ ਹਰਿਆਣਾ ਨੂੰ ਕਿਹਾ ਕਿ ਪ੍ਰਵਾਸੀ ਕਾਮਿਆਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਤੇ ਆਵਾਜਾਈ ਸਹੂਲਤਾਂ ਦਿੱਤੀਆਂ ਜਾਣ ਜਿਹੜੇ ਵੀ ਆਪੋ ਆਪਣੇ ਸੂਬਿਆਂ ਦੇ ਵਿੱਚ ਜਾਣ ਦੇ ਚਾਹਵਾਨ ਨੇ। WHO ਨੇ ਕਿਹਾ ਕਿ ਕੋਰੋਨਾ ਦੇ ਫੈਲਾਅ ਦੇ ਲਈ ਭਾਰਤ ਦੇ ਵਿੱਚ ਧਾਰਮਿਕ ਤੇ ਸਿਆਸੀ ਸਮਾਗਮ ਮੁੱਖ ਕਾਰਨ ਬਣੇ ਨੇ। ਇਹ ਵੀ ਦਾਅਵਾ ਕੀਤਾ ਹੈ ਕਿ ਵਿਸ਼ਵ ਪੱਧਰ ਤੇ ਕੁੱਲ ਕੇਸਾਂ ਵਿੱਚ 50% ਹਿੱਸਾ ਭਾਰਤ ਦੇ ਵਿੱਚ ਮਿਲ ਰਿਹਾ ਹੈ। ਕੋਰੋਨਾ ਸੰਕਟ ਦਰਮਿਆਨ ਭਾਰਤ ਨੇ ਚੀਨ ਤੋਂ ਵੀ ਮਦਦ ਮੰਗ ਲਈ ਹੈ। ਮੈਡੀਕਲ ਵਸਤੂਆਂ ਦੀਆਂ ਕੀਮਤਾਂ ਘਟਾਉਣ ਦੇ ਲਈ ਸਹਿਯੋਗ ਮੰਗਿਆ ਹੈ। ਕਾਰਗੋ ਉਡਾਣਾਂ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ ਜਿਹੜੀਆਂ ਕਿ ਚੀਨ ਨੇ ਬੰਦ ਕਰ ਰੱਖੀਆਂ ਨੇ। ਭਾਰਤ ਨੇ ਕਿਹਾ ਕਿ ਚੀਨ ਭਾਰਤੀ ਕਾਰੋਬਾਰੀਆਂ ਵੱਲੋਂ ਚੀਨੀ ਉਤਪਾਦਕਾਂ ਤੋਂ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਮੈਡੀਕਲ ਵਸਤੂਆਂ ਦੀ ਕੀਮਤ ਘਟਾਉਣ ਦੇ ਵਿੱਚ ਮਦਦ ਕਰੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਨੇ ਫੈਸਲਾ ਲਿਆ ਕਿ ਹੁਣ ਪੰਜਾਬ ਕੌਮਾਂਤਰੀ ਪੱਧਰ ਦੇ ਉੱਤੇ ਵੈਕਸੀਨ ਖਰੀਦੇਗਾ। ਸੂਬੇ ਵਿੱਚ ਵੈਕਸੀਨ ਦੀ ਢੁਕਵੀਂ ਕੀਮਤ ਤੇ ਖਰੀਦ ਕਰਨ ਲਈ ਕੌਮਾਂਤਰੀ ਪੱਧਰ ਤੇ ਕੋਵੈਕਸ ਸੰਸਥਾ ਨਾਲ ਜੁੜਨ ਦਾ ਫੈਸਲਾ ਲਿਆ ਗਿਆ ਤੇ ਫੈਸਲਾ ਲੈਣ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ। ਪੰਜਾਬ ਦੇ ਵਿੱਚ ਜਿਹੜੇ ਲੋੜਵੰਦ ਕੋਰੋਨਾ ਮਰੀਜ਼ ਹੈਗੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਪੱਕਿਆ ਪਕਾਇਆ ਖਾਣਾ ਮਿਲੇਗਾ। ਪੁਲਿਸ ਡਿਲੀਵਰੀ ਕਰੇਗੀ। 18 ਤੋਂ 44 ਉਮਰ ਵਰਗ ਦੇ ਸਿਹਤ ਕਾਮਿਆਂ ਤੇ ਸਹਿ ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਦਾ ਟੀਕਾਕਰਨ ਅੱਜ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਕੈਪਟਨ ਨੇ ਨਵੀਂ ਜੇਲ੍ਹ ਨਿਯਮਾਵਲੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਟੀਕਾਕਰਨ ਬਾਰੇ ਕੌਮੀ ਤਕਨੀਕੀ ਮਾਹਿਰਾਂ ਦੇ ਗਰੁੱਪ NTAGI ਨੇ ਸੁਝਾਅ ਦਿੱਤਾ ਕਿ ਕੋਰੋਨਾ ਪੋਜ਼ਿਟਿਵ ਵਿਅਕਤੀ ਜਦੋਂ ਤੰਦਰੁਸਤ ਹੋ ਜਾਣਗੇ ਤਾਂ ਘੱਟੋ-ਘੱਟ 6 ਮਹੀਨਿਆਂ ਦੇ ਵਕਫੇ ਨਾਲ ਹੀ ਵੈਕਸੀਨ ਲਵਾਉਣ, ਉਸ ਤੋਂ ਪਹਿਲਾਂ ਨਾ ਲਵਾਉਣ। ਹੋਰ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਵਿਸ਼ੀਲਡ ਦੀ ਦੂਸਰੀ ਖੁਰਾਕ 12 ਤੋਂ 16 ਹਫ਼ਤਿਆਂ ਦੇ ਵਿੱਚ ਲਈ ਜਾਵੇ। ਪਹਿਲਾਂ ਇਹ ਸੀ ਕਿ ਪਹਿਲਾ ਟੀਕਾ ਲਵਾਉਣ ਤੋਂ ਬਾਅਦ 28 ਦਿਨਾਂ ਬਾਅਦ ਦੂਸਰੀ ਡੋਜ਼ ਲਈ ਜਾ ਸਕਦੀ ਹੈ। ਹੁਣ 12 ਤੋਂ 16 ਮਹੀਨੇ ਤੋਂ ਬਾਅਦ ਤੁਸੀਂ ਇਹ ਡੋਜ਼ ਲੈ ਸਕਦੇ ਹੋ। ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਰੋਹਤਕ PGI ਤੋਂ ਛੁੱਟੀ ਮਿਲ ਗਈ ਹੈ। ਰਾਮ ਰਹੀਮ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਰਾਮ ਰਹੀਮ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਰਾਹੁਲ ਗਾਂਧੀ ਕਹਿ ਰਹੇ ਨੇ ਕਿ ਵੈਕਸੀਨ ਤੇ ਆਕਸੀਜਨ ਸਮੇਤ ਪ੍ਰਧਾਨ ਮੰਤਰੀ ਮੋਦੀ ਵੀ ਮੁਲਕ ਵਿੱਚੋਂ ਗਾਇਬ ਨੇ। UPSC ਨੇ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। 27 ਜੂਨ ਦੀ ਜਗ੍ਹਾ ਹੁਣ 10 ਅਕਤੂਬਰ ਨੂੰ ਹੋਵੇਗੀ। 4 ਕਾਂਗਰਸ ਵਿਧਾਇਕਾਂ ਦੇ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਹਿਯੋਗੀਆਂ ਦੇ ਮੋਢੇ ਤੇ ਧਰ ਕੇ ਬੰਦੂਕ ਨਾ ਚਲਾਉਣ। ਟਵੀਟ ਕਰਕੇ ਸਰਕਾਰ ਨੂੰ ਮੁੱਦੇ ਤੇ ਆਉਣ ਲਈ ਕਿਹਾ ਹੈ। PM ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ सम्मान ਨਿਧੀ ਯੋਜਨਾ ਦੀ 8ਵੀਂ ਕਿਸ਼ਤ ਵਜੋਂ 9.5 ਕਰੋੜ ਕਿਸਾਨਾਂ ਨੂੰ 19,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨਗੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਅਪੀਲ ਕੀਤੀ ਹੈ ਕਿ 26 ਮਈ ਨੂੰ ਪੰਜਾਬ ਦੇ ਵਿੱਚ ਹਰ ਘਰ ਉੱਤੇ ਕਾਲੇ ਝੰਡੇ ਲਹਿਰਾਏ ਜਾਣ ਕਿਉਂਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਅੰਦੋਲਨ 6 ਮਹੀਨੇ ਦਾ ਹੋ ਜਾਵੇਗਾ 26 ਮਈ ਨੂੰ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ SP ਸਿੰਘ ਓਬਰਾਏ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਵਿੱਚੋਂ ਲੋੜਵੰਦ ਕਿਸਾਨਾਂ ਦੇ ਪਰਿਵਾਰਾਂ ਲਈ ਸ਼ੁਰੂ ਕੀਤੀ ਪੈਨਸ਼ਨ ਤਹਿਤ ਮੋਗਾ ਜ਼ਿਲ੍ਹੇ ਦੇ 4 ਪਰਿਵਾਰਾਂ ਨੂੰ ਪੈਨਸ਼ਨ ਦੇ ਚੈੱਕ ਦਿੱਤੇ ਗਏ। 10-10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੈ ਜਿਹੜੀ ਇਹਨਾਂ ਪਰਿਵਾਰਾਂ ਨੂੰ ਲਾਈ ਗਈ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ ਕਣਕ ਦੀ ਅਦਾਇਗੀ ਕਰਨ ਦੇ ਸਾਰੇ ਦਾਅਵੇ ਠੁੱਸ ਹੋ ਗਏ ਨੇ ਕਿਉਂਕਿ ਇੱਥੇ ਕਣਕ ਨੂੰ ਵੇਚਿਆਂ 13 ਦਿਨ ਹੋ ਗਏ ਨੇ ਪਰ ਅੱਜ ਤੱਕ ਕਿਸਾਨਾਂ ਨੂੰ ਇੱਕ ਨਵਾਂ ਪੈਸਾ ਤੱਕ ਨਹੀਂ ਮਿਲਿਆ। ਮਾਨਸਾ ਜ਼ਿਲ੍ਹੇ ਵਿੱਚ ਸਰਕਾਰੀ ਕਣਕ ਖਰੀਦੀ ਜਾ ਚੁੱਕੀ ਹੈ ਪਰ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਗਈ। ਸਿੰਘੂ ਬਾਰਡਰ ਤੇ ਕਿਸਾਨਾਂ ਨੇ ਮੁਸਲਿਮ ਭਾਈਚਾਰੇ ਦੇ ਨਾਲ ਈਦ ਮਨਾਈ ਤੇ ਇੱਕ ਰਾਤ ਪਹਿਲਾਂ ਸਿੰਘੂ ਮੋਰਚੇ ਦੇ ਕਿਸਾਨਾਂ ਤੇ ਮੀਂਹ ਹੈ ਜਿਹੜਾ ਉਹ ਮੁਸੀਬਤ ਬਣ ਕੇ ਵਰਿਆ ਸੀ। ਸਾਰਾ ਸਮਾਨ ਭਿੱਜ ਗਿਆ ਸੀ, ਟੈਂਟ ਵੀ ਉਖੜ ਗਏ ਸੀ ਪਰ ਕਿਸਾਨ ਲੀਡਰ ਰੁਲਦੂ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਕਿਸੇ ਵੀ ਕੁਦਰਤੀ ਆਫਤ ਦੇ ਨਾਲੋਂ ਵੱਡੇ ਨੇ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦਣ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦੇ ਕਸਬਾ ਸੀਕਰੀ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਜਿਹੜੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਕਿ ਇਸ ਘਟਨਾ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ, ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਮਸਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਫਿਲਮ ਅਦਾਕਾਰ ਅਮਿਤਾਭ ਬੱਚਨ ਦੇ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ 2 ਕਰੋੜ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਤੌਰ ਤੇ ਪਹੁੰਚ ਚੁੱਕਿਆ ਹੈ। ਸ਼ਿਕਾਇਤ ਕਰਨ ਵਾਲਿਆਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਕਾਰਵਾਈ ਮੰਗੀ ਹੈ। ਸ਼ਿਕਾਇਤ ਕਰਨ ਵਾਲਿਆਂ ਦੇ ਵਿੱਚ 1984 ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ
ਮਨਪ੍ਰੀਤ ਕੌਰ ਅਤੇ ਫੈਡਰੇਸ਼ਨ ਪੀਰ ਮੁਹੰਮਦ ਦੇ ਆਗੂ ਸਤਨਾਮ ਸਿੰਘ ਤੇ ਹੋਰ ਸ਼ਾਮਲ ਸਨ। ਇਹਨਾਂ ਨੇ ਈਮੇਲ ਰਾਹੀਂ ਆਪਣੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਹੈ ਤੇ ਕੁਝ ਹੋਰ ਵਿਅਕਤੀ ਸਿੱਖ ਧਰਮ ਦੇ ਉਹਨਾਂ ਨੇ ਫੋਨ ਸੁਨੇਹੇ ਰਾਹੀਂ ਵੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤਾਂ ਕਰਕੇ ਮੰਗ ਕੀਤੀ ਹੈ। ਇਸ ਮਸਲੇ ਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਸੋਸ਼ਲ ਮੀਡੀਆ ਤੇ ਵਿਰੋਧ ਕਰ ਚੁੱਕੀ ਹੈ। ਹਾਲਾਂਕਿ ਹੁਣ ਉਹਨਾਂ ਨੇ ਆਪਣਾ ਜਨਤਕ ਤੌਰ ਤੇ ਬਿਆਨ ਦੇਣ ਤੋਂ ਭਾਵੇਂ ਜਿਹੜੀ ਚੁੱਪੀ ਧਾਰ ਰੱਖੀ ਹੈ, ਪਰ ਕਿਹਾ ਕਿ ਇਸ ਮਾਮਲੇ ਤੇ ਅਸੀਂ ਨਜ਼ਰ ਰੱਖ ਰਹੇ ਹਾਂ। ਕੋਈ ਵੀ ਵਿਅਕਤੀ ਆਪਣੀ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਵੀ ਰਕਮ ਭੇਟ ਕਰ ਸਕਦਾ ਹੈ, ਪਰ ਗੁਰੂ ਲਈ ਭੇਟ ਕੀਤੀ ਰਕਮ ਲਈ ਕਿਸੇ ਦਾ ਗੁਣਗਾਨ ਕਰਨਾ ਠੀਕ ਨਹੀਂ ਹੈ। ਪੰਜਾਬ ਦੇ ਵਿੱਚ ਖਰਾਬ ਵੈਂਟੀਲੇਟਰ ਭੇਜਣ ਦੀਆਂ ਰਿਪੋਰਟਾਂ ਕੇਂਦਰ ਨੇ ਨਕਾਰ ਦਿੱਤੀਆਂ ਨੇ। ਕਿਹਾ ਕਿ ਅਸੀਂ ਤਾਂ ਸਹੀ ਭੇਜੇ ਸੀ, ਪੰਜਾਬ ਸਰਕਾਰ ਨੇ ਖਰਾਬ ਕੀਤੇ ਨੇ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਖਰਾਬ ਵੈਂਟੀਲੇਟਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਟਪੁਰਾ ਗੋਲੀकांड ਦੇ ਵਿੱਚ ਨਵੀਂ ਜਾਂਚ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਦੇ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਪੀੜਤਾਂ ਦੀਆਂ ਮੈਡੀਕਲ ਰਿਪੋਰਟਾਂ ਸਮੇਤ ਕੁਝ ਰਿਕਾਰਡ ਕਬਜ਼ੇ ਦੇ ਵਿੱਚ ਲਿਆ ਹੈ। ਬਹਿਬਲ ਕਲਾਂ ਗੋਲੀकांड ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਹੁਣ 2 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਕਿਉਂਕਿ ਕੋਰੋਨਾ ਕਾਰਨ ਹਾਈ ਕੋਰਟ ਅਣਮਿੱਥੇ ਸਮੇਂ ਲਈ ਬੰਦ ਹੈ। ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨਿਕ, ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਰੋਨਾ ਰਿਵਿਊ ਬੈਠਕ ਕੀਤੀ ਅਤੇ ਆਕਸੀਜਨ ਪਲਾਂਟ ਦੇ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਕਸੀਜਨ ਪਲਾਂਟ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਲਾਇਆ ਜਾਵੇਗਾ। ਚੰਡੀਗੜ੍ਹ ਦੇ ਵਿੱਚ 18 ਤੋਂ 44 ਸਾਲ ਤੱਕ ਦੇ ਲੋਕਾਂ ਦੇ ਲਈ ਰਜਿਸਟ੍ਰੇਸ਼ਨ ਆਨਲਾਈਨ ਸ਼ੁਰੂ ਹੋ ਚੁੱਕੀ ਹੈ ਤੇ ਰਜਿਸਟ੍ਰੇਸ਼ਨ ਦੇ ਸ਼ੁਰੂ ਹੋਣ ਦੇ ਨਾਲ ਅੱਧੇ ਘੰਟੇ ਵਿੱਚ ਹੀ 8000 ਚੰਡੀਗੜ੍ਹੀਆਂ ਨੇ ਰਜਿਸਟ੍ਰੇਸ਼ਨ ਵੈਕਸੀਨੇਸ਼ਨ ਦੇ ਲਈ ਕਰਵਾ ਦਿੱਤੀ ਸੀ। ਚੰਡੀਗੜ੍ਹ ਦੇ ਵਿੱਚ ਹਫ਼ਤਾਵਾਰੀ ਕਰਫਿਊ ਵੀ ਜਾਰੀ ਰਹੇਗਾ। ਡੀਸੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵੀਕਐਂਡ ਲਾਕਡਾਊਨ ਦੌਰਾਨ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੀਕਐਂਡ ਲਾਕਡਾਊਨ ਦੇ ਵਿੱਚ ਘਰਾਂ ਵਿੱਚ ਰਹਿਣ ਦੇ ਸਭ ਨੂੰ ਹੁਕਮ ਦਿੱਤੇ ਗਏ ਨੇ। ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਸ਼ਨੀਵਾਰ ਤੇ ਐਤਵਾਰ ਨੂੰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਤੇ ਦੁਪਹਿਰ 2 ਵਜੇ ਤੱਕ ਅਤੇ ਰੈਸਟੋਰੈਂਟ, ਹੋਟਲ ਦੇ ਵਿੱਚ ਰਾਤ 9 ਵਜੇ ਤੱਕ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ। ਜ਼ਰੂਰੀ ਵਸਤੂਆਂ ਦੇ ਵਿੱਚ ਦੁੱਧ, ਬ੍ਰੈਡ, ਸਬਜ਼ੀ, ਫਲ, ਡੇਅਰੀ ਪ੍ਰੋਡਕਟਸ, ਅੰਡੇ, ਮੀਟ, ਕਰਿਆਨਾ ਤੇ ਬੇਕਰੀ ਸ਼ਾਮਲ ਨੇ। ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਪੰਜਾਬ ਦੀਆਂ ਅਹਿਮ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਬੈਠਕ ਕੀਤੀ। ਇਸ ਵਰਚੁਅਲ ਬੈਠਕ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਇਸ ਕਹਿਰ ਦਰਮਿਆਨ ਕੋਈ ਖਾਸ ਅਹਿਮ ਐਲਾਨ ਤਾਂ ਨਹੀਂ ਕੀਤਾ, ਪਰ ਜਿਹੜੇ ਕੀਤੇ ਨੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਨੇ ਉਹਨਾਂ ਦੇ ਮੱਦੇਨਜ਼ਰ ਸਾਰੇ ਕੰਮ ਪੰਜਾਬ ਦੇ ਵਿੱਚ ਜੋ ਬਿਲਡਿੰਗ ਅਤੇ ਹੋਰ ਕੰਸਟਰਕਸ਼ਨ ਯਾਨੀ ਕਿ ਇਮਾਰਤ ਉਸਾਰੀ ਦਾ ਕੰਮ ਕਰਦੇ ਨੇ, ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਦੇ ਤਹਿਤ ਰਜਿਸਟਰਡ ਨੇ, ਉਹਨਾਂ ਨੂੰ ਖਰਚੇ ਭੱਤੇ ਲਈ 3-3000 ਰੁਪਏ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਹ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਕਦੋਂ ਦਿੱਤੀ ਜਾਵੇਗੀ ਇਸ ਬਾਰੇ ਹਲੇ ਕੁਝ ਵੀ ਅਸੀਂ ਤੁਹਾਨੂੰ ਸਪਸ਼ਟ ਨਹੀਂ ਦੱਸ ਸਕਦੇ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਦੇ ਲਈ ਹੰਗਰ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ, ਜਿਹੜੇ ਕਿ 14 ਮਈ ਤੋਂ ਚਾਲੂ ਹੋਣਗੇ। ਹੈਲਪਲਾਈਨ ਨੰਬਰ ਉਹਨਾਂ ਕੋਵਿਡ-19 ਪੋਜ਼ਿਟਿਵ ਮਰੀਜ਼ਾਂ ਦੇ ਲਈ ਜਾਰੀ ਕੀਤੇ ਗਏ ਨੇ ਜੋ ਕਿ ਲੋੜਵੰਦ ਤਬਕੇ ਦੇ ਨਾਲ ਸੰਬੰਧਿਤ ਨੇ। ਸਮਾਜ ਦੇ ਲੋੜਵੰਦ ਲੋਕ ਨੇ ਉਹ ਮਰੀਜ਼ 181 ਅਤੇ 112 ਨੰਬਰਾਂ ਤੇ ਫੋਨ ਕਰਕੇ ਬਣਿਆ ਬਣਵਾਇਆ ਭੋਜਨ ਆਪਣੇ ਘਰਾਂ ਵਿੱਚ ਮੰਗਵਾ ਸਕਦੇ ਨੇ ਤੇ ਇਹ ਭੋਜਨ ਪੰਜਾਬ ਪੁਲਿਸ ਇਹਨਾਂ ਕੋਵਿਡ ਮਰੀਜ਼ਾਂ ਦੇ ਘਰਾਂ ਤੱਕ ਪਹੁੰਚਾਵੇਗੀ। ਸੋ ਨੰਬਰ ਅਸੀਂ ਦੁਬਾਰਾ ਦੱਸ ਦਿੰਦੇ ਹਾਂ, 118 ਤੇ 112, ਮਾਫ ਕਰਨਾ 181 ਤੇ 112, 181 112 181 112 ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਜਿਹੜੇ ਵੀ ਲੋੜਵੰਦ ਲੋਕ ਹੈਗੇ ਨੇ ਪੰਜਾਬ ਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜਦੋਂ ਕੋਈ ਬਿਮਾਰ ਪੈ ਜੇ ਤਾਂ ਫਿਰ ਰੋਜ਼ੀ ਰੋਟੀ ਕਮਾਉਣੀ ਔਖੀ ਹੋ ਜਾਂਦੀ ਹੈ, ਲੋੜਵੰਦ ਲੋਕ ਨੇ ਉਹ ਖਾਣਾ ਮੰਗਵਾ ਸਕਦੇ ਨੇ ਜਿਹੜੇ ਪੋਜ਼ਿਟਿਵ ਮਰੀਜ਼ ਨੇ ਤੇ ਪੰਜਾਬ ਪੁਲਿਸ ਤੁਹਾਡੇ ਘਰ ਦੇ ਵਿੱਚ ਖਾਣਾ ਦੇ ਕੇ ਜਾਵੇਗੀ। ਬਲਕਿ ਜਦੋਂ ਜ਼ਮੀਨੀ ਹਕੀਕਤ ਦੇਖਾਂਗੇ ਉਦੋਂ ਹੀ ਪਤਾ ਲੱਗੂਗਾ ਕਿ ਇਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੁਕਮ ਹੈ ਕਿੰਨਾ ਕੁ ਪੂਰ ਚੜ੍ਹਦਾ। ਇਸ ਦੇ ਨਾਲ ਹੀ ਕੈਪਟਨ ਨੇ ਸਰਕਾਰੀ ਤੇ ਪ੍ਰਾਈਵੇਟ ਸੈਕਟਰਾਂ ਦੇ 18 ਤੋਂ 44 ਸਾਲ ਦੇ ਸਿਹਤ ਕਰਮੀਆਂ ਦੇ ਪਰਿਵਾਰਾਂ ਨੂੰ 14 ਮਈ ਤੋਂ ਕਰੋਨਾ ਵੈਕਸੀਨੇਸ਼ਨ ਦੇਣ ਦਾ ਐਲਾਨ ਕੀਤਾ ਹੈ ਕਿ ਇਹਨਾਂ ਸਾਰੇ ਜਿਹੜੇ ਸਿਹਤ ਕਰਮੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਵੇ। ਇਸ ਦੇ ਨਾਲ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦੇ ਟਾਕਰੇ ਲਈ ਹਸਪਤਾਲਾਂ ਦੀ ਸਮੱਗਰੀ ਤੇ ਖਪਤਕਾਰਾਂ ਦੇ ਲਈ 152 ਕਰੋੜ 56 ਲੱਖ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ ਕੈਪਟਨ ਨੇ ਤੇ ਨਾਲ ਹੀ ਸਿਹਤ ਵਿਭਾਗ ਦੇ ਵਿੱਚ 250 MBBS ਮੈਡੀਕਲ ਅਧਿਕਾਰੀਆਂ ਦੀ ਐਮਰਜੈਂਸੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਕੈਪਟਨ ਨੇ ਪੁਰਾਣੀਆਂ ਜੇਲ੍ਹਾਂ ਦੇ ਮੈਨੂਅਲ ਨੂੰ ਬਦਲ ਕੇ ਨਵੇਂ ਜੇਲ੍ਹ ਨਿਯਮ ਬਣਾਉਣ ਨੂੰ ਮਨਜ਼ੂਰੀ ਦੇ
ਦਿੱਤੀ ਹੈ। ਨਵੇਂ ਸੁਰੱਖਿਆ ਮਾਪਦੰਡ ਦੇ ਨਾਲ ਜੇਲ੍ਹ ਅਧਿਕਾਰੀਆਂ ਨੂੰ ਲਾਭ ਜ਼ਰੂਰ ਮਿਲੇਗਾ, ਇਸ ਦਾ ਦਾਅਵਾ ਕੀਤਾ ਗਿਆ। ਕੈਪਟਨ ਨੇ ਸੂਬੇ ਦੇ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਕਾਰਨ ਵਧੀਆ ਮੁੱਲ ਤੇ ਵੈਕਸੀਨ ਦੀ ਖਰੀਦ ਲਈ ਗਲੋਬਲ ਕੋਵੈਕਸ ਸਹੂਲਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਅਜਿਹਾ ਕਰਨ ਨਾਲ ਪੰਜਾਬ ਕੋਰੋਨਾ ਵੈਕਸੀਨ ਦੀ ਘਾਟ ਨੂੰ ਦੂਰ ਕਰਨ ਲਈ ਵਧੀਆ ਨੀਤੀਗਤ ਪਹਿਲਕਦਮੀ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਜਾਏਗਾ। ਮੁਕਾਬਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਹੈ ਕਿ UPSC ਦੀ 27 ਜੂਨ 2021 ਨੂੰ ਜਿਹੜੀ ਪ੍ਰੀਖਿਆ ਹੋਣੀ ਸੀ, ਮੁੱਢਲੀ ਪ੍ਰੀਖਿਆ, ਉਹ ਹੁਣ ਮੁਲਤਵੀ ਕਰ ਦਿੱਤੀ ਹੈ ਤੇ 27 ਜੂਨ ਵਾਲੀ ਪ੍ਰੀਖਿਆ ਹੁਣ 10 ਅਕਤੂਬਰ ਨੂੰ ਹੋਵੇਗੀ। UPSC ਯਾਨੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੋਵਿਡ ਦੇ ਮੱਦੇਨਜ਼ਰ ਪ੍ਰੀਖਿਆ ਮੁਲਤਵੀ ਕੀਤੀ ਹੈ। 27 ਜੂਨ ਨੂੰ IAS ਦੀ ਯਾਨੀ ਕਿ UPSC ਦੀ ਪ੍ਰੀਲਿਮਿਨਰੀ ਪ੍ਰੀਖਿਆ ਹੋਣੀ ਸੀ। ਇਹ ਜਿਹੜੇ ਭਾਰਤ ਦਾ ਸਭ ਤੋਂ ਔਖਾ ਤੇ ਸਭ ਤੋਂ ਵੱਡਾ ਜਿਹੜਾ ਕੰਪੀਟੀਸ਼ਨ ਟੈਸਟ ਇਸ ਨੂੰ ਕਿਹਾ ਜਾ ਸਕਦਾ ਹੈ, ਜਿਸ ਦੇ ਲਈ ਬਹੁਤ ਜ਼ਿਆਦਾ ਤਿਆਰੀ ਕਰਨ ਦੀ ਲੋੜ ਹੁੰਦੀ ਹੈ, ਬਹੁਤ ਵੱਡਾ ਕੰਪੀਟੀਸ਼ਨ ਹੁੰਦਾ ਹੈ ਤੇ ਹੁਣ ਇਹ ਪ੍ਰੀਖਿਆ 10 ਅਕਤੂਬਰ ਨੂੰ ਹੋਵੇਗੀ। ਕੋਟਕਪੂਰਾ ਗੋਲੀकांड ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਾਇਮ ਕੀਤੀ ਨਵੀਂ ਜਾਂਚ ਟੀਮ ਨੇ ਆਪਣੀ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੁਖੀ LK ਯਾਦਵ ਨੇ ਆਪਣੇ ਸਹਿਯੋਗੀ ਮੈਂਬਰਾਂ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ। ਜਾਂਚ ਟੀਮ ਨੇ ਦੌਰੇ ਦੌਰਾਨ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ ਤੇ ਇਹ ਜਾਂਚ ਟੀਮ ਕੁਝ ਮਹੀਨਿਆਂ ਦੇ ਵਿੱਚ ਹੀ ਆਪਣੀ ਰਿਪੋਰਟ ਫਰੀਦਕੋਟ ਅਦਾਲਤ ਨੂੰ ਸੌਂਪ ਦੇਵੇਗੀ। ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਸਿੱਧੀ ਸਲਾਹ ਦਿੱਤੀ ਹੈ, ਕਿਹਾ ਕਿ ਦੂਸਰਿਆਂ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ਵੱਲੋਂ ਮੁਅੱਤਲ ਕੀਤੇ ਜਾਣ ਦੀ ਮੰਗ ਦੇ ਮੱਦੇਨਜ਼ਰ ਹੁਣ ਸਿੱਧੂ ਨੇ ਵੀ ਆਪਣੇ ਤਰਕਸ਼ ਦੇ ਵਿੱਚੋਂ ਨਵਾਂ ਤੀਰ ਕੱਢਿਆ। ਕੈਪਟਨ ਦਾ ਨਾਮ ਤਾਂ ਨਹੀਂ ਲਿਆ, ਨਾਮ ਲਏ ਤੋਂ ਬਿਨਾਂ ਸਲਾਹ ਦਿੱਤੀ ਹੈ, ਪਰ ਜੇ ਨਾਮ ਨਾ ਵੀ ਲੈਣ ਪਤਾ ਲੱਗ ਜਾਂਦਾ ਕਿ ਕਿਹਨੂੰ ਕਹਿ ਰਹੇ ਨੇ। ਕਿਹਾ ਕਿ ਆਪਣੇ ਪਾਰਟੀ ਸਹਿਯੋਗੀਆਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰਨ। ਮੰਤਰੀਆਂ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਨੇ ਕਿਹਾ ਕਿ ਆਤਮਾ ਨੇ ਕੱਲ ਵੀ ਤੇ ਅੱਜ ਵੀ ਗੁਰੂ ਸਾਹਿਬ ਲਈ ਇਨਸਾਫ ਦੀ ਮੰਗ ਕੀਤੀ ਹੈ ਤੇ ਇਹ ਮੰਗ ਮੈਂ ਹਮੇਸ਼ਾ ਦੁਹਰਾਵਾਂਗਾ। ਪੰਜਾਬ ਦੀ ਜ਼ਮੀਰ ਪਾਰਟੀ ਲੀਹਾਂ ਤੋਂ ਉੱਪਰ ਹੈ। ਪਾਰਟੀ ਸਹਿਯੋਗੀ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰੋ। ਤੁਸੀਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੋ, ਜਵਾਬਦੇਹ ਹੋ। ਗੁਰੂ ਦੀ ਅਦਾਲਤ ਵਿੱਚ ਤੁਹਾਡੀ ਰੱਖਿਆ ਕੌਣ ਕਰੇਗਾ? ਦਰਅਸਲ ਕੈਪਟਨ ਅਤੇ ਸਿੱਧੂ ਦੀ ਇਸ ਸ਼ਬਦੀ ਜੰਗ ਦੇ ਦਰਮਿਆਨ ਹੁਣ ਕੈਪਟਨ ਅਮਰਿੰਦਰ ਸਿੰਘ ਦੇ 4 ਮੰਤਰੀ ਉਹਨਾਂ ਦੇ ਬਚਾਅ ਦੇ ਲਈ ਉਤਰੇ ਤੇ ਇਹਨਾਂ 4 ਮੰਤਰੀਆਂ ਨੇ ਸਿੱਧੂ ਦੀ ਬਿਆਨਬਾਜ਼ੀ ਤੋਂ ਖਫਾ ਹੁੰਦਿਆਂ ਪਾਰਟੀ ਹਾਈ ਕਮਾਂਡ ਨੂੰ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇੱਕ ਦਿਨ ਪਹਿਲਾਂ ਦੀ ਹੀ ਇਹ ਗੱਲ ਹੈ, ਜਿਸ ਤੋਂ ਬਾਅਦ ਸਿੱਧੂ ਨੇ ਇਹ ਟਵੀਟ ਕੀਤਾ ਹੈ। ਪੰਜਾਬ ਦੇ 3 ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਇਹ ਕਹਿ ਚੁੱਕੇ ਨੇ ਕਿ ਸਿੱਧੂ ਖਿਲਾਫ ਕਾਰਵਾਈ ਕਰੋ ਤੇ ਹੁਣ ਜਿਹੜੇ 4 ਹੋਰ ਮੰਤਰੀ ਨੇ, ਬਲਵੀਰ ਸਿੰਘ ਸਿੱਧੂ, ਵਿਜੇਂਦਰ ਸਿੰਗਲਾ, ਮੰਤਰੀ ਜਿਹੜੇ ਅਪਾਤ ਭੂਸ਼ਣ ਆਸ਼ੂ ਅਤੇ ਗੁਰਪ੍ਰੀਤ ਸਿੰਘ ਕਾਂਗੜ, ਇਹ ਵੀ ਹੁਣ ਕੈਪਟਨ ਦੇ ਪੱਖ ਵਿੱਚ ਖੜੇ ਹੋ ਗਏ ਨੇ। ਇਹਨਾਂ ਨੇ ਕਿਹਾ ਕਿ ਸਿੱਧੂ ਵੱਲੋਂ ਪਿਛਲੇ ਦਿਨਾਂ ਤੋਂ ਕੈਪਟਨ ਖਿਲਾਫ ਬਿਆਨਬਾਜ਼ੀ ਜਿਹੜੀ ਕੀਤੀ ਹੈ ਉਹ ਕਾਂਗਰਸ ਦੀ ਤਬਾਹੀ ਦਾ ਸੱਦਾ ਦਿੰਦੀ ਹੈ। ਸਿੱਧੂ ਤੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਦੀ ਆਪਸ ਵਿੱਚ ਮਿਲੀ ਭੁਗਤ ਇੱਕ ਵੱਡਾ ਇਲਜ਼ਾਮ ਲਾਇਆ ਹੈ। ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਈਏ BJP, ਇਹਨਾਂ ਦੇ ਨਾਲ ਮਿਲੇ ਹੋਣ ਦਾ ਇਲਜ਼ਾਮ ਲਾਇਆ। ਨਵਜੋਤ ਸਿੰਘ ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਨ ਕਰਾਰ ਦਿੰਦਿਆਂ ਇਹਨਾਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ, ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਦਾ ਸਮਾਂ ਹੋਵੇ। ਉਹਨਾਂ ਮੰਗ ਕੀਤੀ ਕਿ ਸਿੱਧੂ ਨੂੰ ਤੁਰੰਤ ਮੁਅੱਤਲ ਕਰੋ। ਜੇਕਰ ਉਹ ਨਹੀਂ ਕੱਢਿਆ ਗਿਆ ਤਾਂ ਪੰਜਾਬ ਕਾਂਗਰਸ ਵਿੱਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿੱਚ ਗੜਬੜ ਪੈਦਾ ਕਰ ਰਹੀ ਹੈ, ਚੋਣਾਂ ਦੀ ਤਿਆਰੀ ਦੇ ਮਹੱਤਵਪੂਰਨ ਕੰਮ ਤੋਂ ਧਿਆਨ ਭਟਕਾ ਰਹੀ ਹੈ। ਇਹਨਾਂ ਲੀਡਰਾਂ ਨੇ ਸਿੱਧੂ ਦੇ ਵਿਵਾਦਪੂਰਨ ਬਿਆਨਾਂ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਇਹ ਵੀ ਕਿਹਾ ਕਿ ਸਾਬਕਾ ਕ੍ਰਿਕਟਰ ਸਪਸ਼ਟ ਤੌਰ ਤੇ ਸਿਰਫ ਆਪਣੇ ਲਈ ਬੈਟਿੰਗ ਕਰਦੇ ਦਿਖਾਈ ਦੇ ਰਹੇ ਨੇ। ਟੀਮ ਭਾਵਨਾ ਦੀ ਘਾਟ ਹੈ ਸਿੱਧੂ ਦੇ ਵਿੱਚ। ਉਹਨਾਂ ਨੂੰ ਕਿਹਾ ਕਿ ਸਿੱਧੂ ਨੂੰ ਜੇ ਇੰਨੀ ਤਕਲੀਫ ਹੈ ਤਾਂ ਸਿੱਧੂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ, ਮੁੱਖ ਮੰਤਰੀ ਦੇ ਵਿਰੁੱਧ ਅਖਾੜੇ ਵਿੱਚ ਆਉਣਾ ਚਾਹੀਦਾ ਹੈ। ਯਾਨੀ ਕਿ ਜਿਵੇਂ ਪਿਛਲੇ ਦਿਨੀ ਕੈਪਟਨ ਨੇ ਕਿਹਾ ਸੀ ਕਿ ਸਿੱਧੂ ਮੇਰੇ ਖਿਲਾਫ ਪਟਿਆਲੇ ਤੋਂ ਚੋਣ ਲੜੇ, ਤੇ ਉਵੇਂ ਹੁਣ ਇਹਨਾਂ ਮੰਤਰੀਆਂ ਨੇ ਉਹੀ ਭਾਸ਼ਾ ਵਰਤੀ ਹੈ ਕਿ ਅਖਾੜੇ ਵਿੱਚ ਆਉਣਾ ਚਾਹੀਦਾ ਜੇ ਉਸ ਨੂੰ ਸੱਚਮੁੱਚ ਆਪਣੀ ਸਿਆਸੀ ਸ਼ਕਤੀ ਤੇ ਵਿਸ਼ਵਾਸ ਹੈ। ਪੰਜਾਬ ਦੇ ਵਿੱਚ ਛਿੜੇ ਹੋਏ ਵੈਂਟੀਲੇਟਰਾਂ ਦੇ ਮਸਲੇ ਦੀ ਗੱਲ ਕਰ ਲਈਏ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਵੈਂਟੀਲੇਟਰ ਸਹੀ ਭੇਜੇ ਸੀ, ਪਰ ਪੰਜਾਬ ਸਰਕਾਰ ਦੀ ਗਲਤੀ ਕਰਕੇ ਇਹ ਖਰਾਬ ਹੋ ਗਏ ਨੇ। ਕੇਂਦਰ ਸਰਕਾਰ ਨੇ ਉਹਨਾਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਫਰੀਦਕੋਟ ਦੇ GGS ਮੈਡੀਕਲ ਕਾਲਜ ਤੇ ਹਸਪਤਾਲ ਨੂੰ ਪ੍ਰਧਾਨ ਮੰਤਰੀ ਕੇਅਰ ਫੰਡ ਤਹਿਤ ਸਪਲਾਈ ਕੀਤੇ ਗਏ ਵੈਂਟੀਲੇਟਰ ਤਕਨੀਕੀ ਖਰਾਬੀ ਕਾਰਨ ਬੇਕਾਰ ਪਏ ਨੇ। ਬਿਆਨ ਦੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਇਹ ਵੈਂਟੀਲੇਟਰ ਖਰਾਬ ਹੋਏ ਨੇ, ਅਸੀਂ ਖਰਾਬ ਨਹੀਂ ਭੇਜੇ।
ਪੰਜਾਬ ਦੇ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਵਿੱਚ ਖਰਾਬ ਪਏ ਵੈਂਟੀਲੇਟਰਾਂ ਦੀਆਂ ਖਬਰਾਂ ਦੇ ਮੁੱਦੇ ਤੇ ਕੇਂਦਰ ਸਰਕਾਰ ਨੇ ਹੁਣ ਆਪਣਾ ਤਿੱਖਾ ਸਪਸ਼ਟੀਕਰਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਵੈਂਟੀਲੇਟਰਾਂ ਦੇ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਹੈ। ਜੇ ਨੁਕਸ ਹੈ ਤਾਂ ਹਸਪਤਾਲ ਦੇ ਆਪਣੇ ਬੁਨਿਆਦੀ ਢਾਂਚੇ ਵਿੱਚ ਨੁਕਸ ਹੈ। ਕੇਂਦਰ ਸਰਕਾਰ ਦੇ ਵੱਲੋਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਯਾਨੀ ਕਿ PIB ਦੇ ਰਾਹੀਂ ਇਹ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। PIB ਚੰਡੀਗੜ੍ਹ ਦੇ ਡਾਇਰੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਪਿਛਲੇ ਸਾਲ ਤੋਂ ਸਮੁੱਚੀ ਸਰਕਾਰ ਪਹੁੰਚ ਦੇ ਅਧੀਨ ਹਸਪਤਾਲਾਂ ਦੇ ਵਿੱਚ ਦੇਖਭਾਲ ਨਾਲ ਸੰਬੰਧਿਤ ਕੋਵਿਡ ਮਰੀਜ਼ਾਂ ਦੇ ਇਲਾਜ ਦੇ ਲਈ ਪੂਰੇ ਭਾਰਤ ਦੇ ਹਰ ਸੂਬੇ ਨੂੰ ਮਦਦ ਦੇਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਸਮੇਂ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਬਹੁਤ ਹੀ ਘੱਟ ਗਿਣਤੀ ਵਿੱਚ ਸਨ। ਉਦੋਂ ਮੇਕ ਇਨ ਇੰਡੀਆ ਵੈਂਟੀਲੇਟਰਸ ਤਿਆਰ ਕਰਨ ਦੇ ਲਈ ਸਥਾਨਕ ਨਿਰਮਾਤਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ ਤਾਂ ਜੋ ਵੱਡੇ ਪੱਧਰ ਤੇ ਜਿਹੜੀ ਵੈਂਟੀਲੇਟਰਾਂ ਦੀ ਮੰਗ ਪੈਦਾ ਹੁੰਦੀ ਜਾ ਰਹੀ ਹੈ ਉਸ ਦੀ ਪੂਰਤੀ ਕੀਤੀ ਜਾ ਸਕੇ ਤੇ ਉਸੇ ਆਧਾਰ ਤੇ ਉਹਨਾਂ ਨੂੰ ਆਰਡਰ ਦਿੱਤੇ ਗਏ ਸੀ। ਕੇਂਦਰ ਸਰਕਾਰ ਨੇ ਕਿਹਾ ਕਿ ਮੈਡੀਕਲ ਕਾਲਜ ਜਿਹੜਾ ਫਰੀਦਕੋਟ ਦਾ ਹੈ ਉਸ ਦੇ ਵਿੱਚ 81 AGVA ਮੇਕ ਦੇ ਵੈਂਟੀਲੇਟਰਸ ਦੇ ਵਿੱਚੋਂ 71 ਦੇ ਅਣਵਰਤੇ ਜਾਂ ਫਿਰ ਨੁਕਸਦਾਰ ਹਾਲਤ ਵਿੱਚ ਪਏ ਹੋਣ ਨਾਲ ਜਿਹੜੀ ਮੀਡੀਆ ਰਿਪੋਰਟਾਂ ਚੱਲੀਆਂ ਨੇ ਉਸ ਦੇ ਹਵਾਲੇ ਦੇ ਨਾਲ ਅਸੀਂ ਸਪਸ਼ਟ ਕਰਦੇ ਹਾਂ ਕਿ 88 ਵੈਂਟੀਲੇਟਰਸ BEL ਯਾਨੀ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਅਤੇ 5 AGVA ਦੇ ਵੱਲੋਂ ਸਪਲਾਈ ਕੀਤੇ ਗਏ ਨੇ ਤੇ ਉਹ ਹਸਪਤਾਲ ਦੇ ਅਧਿਕਾਰੀਆਂ ਦੀ ਅੰਤਰਿਮ ਮਨਜ਼ੂਰੀ ਦੇ ਸਰਟੀਫਿਕੇਟ ਤੋਂ ਬਾਅਦ ਹੀ ਮੁਹੱਈਆ ਕਰਵਾਏ ਗਏ ਸੀ। BEL ਨੇ ਸਾਨੂੰ ਦੱਸਿਆ ਹੈ ਕਿ ਫਰੀਦਕੋਟ ਦੇ ਇਸ ਕਾਲਜ ਦੇ ਵਿੱਚ ਮੌਜੂਦ ਵੱਡੀ ਮਾਤਰਾ ਦੇ ਵਿੱਚ ਵੈਂਟੀਲੇਟਰ ਨੁਕਸਦਾਰ ਨਹੀਂ ਹਨ ਜਿਵੇਂ ਕਿ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਉਹਨਾਂ ਦਾ ਖਾਤਮਾ ਕਰਨ ਦੇ ਲਈ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਦੌਰਾ ਵੀ ਕਰਕੇ ਆਏ ਨੇ ਇਸ ਕਾਲਜ ਦਾ ਹਸਪਤਾਲ ਦਾ ਮਾਮੂਲੀ ਨੁਕਸ ਸੀ ਉਹ ਦੂਰ ਕਰ ਦਿੱਤਾ ਹੈ ਤੇ ਸਟਾਫ ਦੇ ਸਾਹਮਣੇ ਵੈਂਟੀਲੇਟਰ ਚਲਵਾ ਕੇ ਵੀ ਦਿਖਾਏ ਸੀ ਪਰ ਹਸਪਤਾਲ ਦੇ ਆਪਣੇ ਢਾਂਚੇ ਦੇ ਵਿੱਚ ਕੁਝ ਸਮੱਸਿਆਵਾਂ ਨੇ ਜਿਵੇਂ ਕਿ ਕੇਂਦਰੀ ਆਕਸੀਜਨ ਗੈਸ ਪਾਈਪਲਾਈਨਾਂ ਦੇ ਵਿੱਚ ਲੋੜੀਂਦੀ ਗੈਸ ਉਪਲਬਧ ਹੀ ਨਹੀਂ ਹੈ। ਫਲੋ ਸੈਂਸਰਸ ਬੈਕਟੀਰੀਆ ਫਿਲਟਰਸ ਤੇ HME ਫਿਲਟਰਸ ਵਰਗੀਆਂ ਜਿਹੜੀਆਂ ਖਪਤਯੋਗ ਵਸਤੂਆਂ ਨੇ ਉਹਨਾਂ ਨੂੰ ਹੀ ਹਸਪਤਾਲ ਅਧਿਕਾਰੀਆਂ ਦੇ ਵੱਲੋਂ ਨਹੀਂ ਵਰਤਿਆ ਜਾ ਰਿਹਾ ਨਿਯਮਾਂ ਦੇ ਮੁਤਾਬਿਕ। ਤੇ ਇਸ ਮਸਲੇ ਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਪੰਜਾਬ ਨੂੰ ਖਰਾਬ ਵੈਂਟੀਲੇਟਰ ਭੇਜਣ ਵਾਲੀ ਕੇਂਦਰ ਸਰਕਾਰ ਕੋਵਿਡ ਵੈਕਸੀਨ ਵੀ ਸਾਨੂੰ ਨਹੀਂ ਦੇ ਰਹੀ। ਉਹਨਾਂ ਨੇ ਕਿਹਾ ਕਿ ਵੈਂਟੀਲੇਟਰ ਦੇ ਮਸਲੇ ਦੇ ਉੱਤੇ ਅਸੀਂ ਜਾਂਚ ਕਰਵਾ ਰਹੇ ਹਾਂ ਕਿ ਆਖਿਰਕਾਰ ਗਲਤੀ ਕਿੱਥੇ ਹੈ। ਕੇਂਦਰ ਸਰਕਾਰ ਨੇ ਖਰਾਬ ਭੇਜੇ ਨੇ ਜਾਂ ਫਿਰ ਹਸਪਤਾਲ ਦੇ ਵਿੱਚ ਪਏ ਖਰਾਬ ਹੋਏ ਨੇ। ਇਸ ਦੇ ਨਾਲ ਹੀ ਉਹਨਾਂ PM ਮੋਦੀ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹੇ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਬਾਰੇ ਵੀ ਤੁਸੀਂ ਪੜਤਾਲ ਕਰਵਾਓ ਤੇ ਢੁਕਵੀਂ ਕਾਰਵਾਈ ਕਰੋ। ਉਹਨਾਂ ਦਾਅਵਾ ਕੀਤਾ ਕਿ ਕਰੋਨਾ ਤੋਂ ਬਚਾਅ ਲਈ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਨੂੰ ਘੱਟ ਮਾਤਰਾ ਦੇ ਵਿੱਚ ਟੀਕਾ ਦਿੱਤਾ ਗਿਆ ਹੈ ਤੇ ਟੀਕਾ ਹੋਰ ਮੁਹੱਈਆ ਕਰਵਾਇਆ ਜਾਵੇ ਇਸ ਦੀ ਮੰਗ ਵੀ ਕੀਤੀ ਹੈ। ਸਿੱਧੂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਟੈਸਟਿੰਗ ਤੇ ਵੈਕਸੀਨੇਸ਼ਨ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਨਾਲ ਹੀ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਗਾਤਾਰ ਟੈਸਟਿੰਗ ਕਰਵਾਉਣ ਤੇ ਜੇ ਕਿਸੇ ਨੂੰ ਸਿਹਤ ਸੰਬੰਧੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਫੌਰੀ ਤੌਰ ਤੇ ਡਾਕਟਰ ਨਾਲ ਸੰਪਰਕ ਕਰਨ। ਦਰਅਸਲ ਇਸ ਪੂਰੇ ਮਸਲੇ ਦੇ ਵਿੱਚ ਵੈਂਟੀਲੇਟਰਾਂ ਦੇ ਮਸਲੇ ਦੇ ਵਿੱਚ ਜਾਣਕਾਰੀ ਇਹ ਹੈ ਕਿ ਪੰਜਾਬ ਨੂੰ ਜਿਹੜੇ 320 ਵੈਂਟੀਲੇਟਰ ਦਿੱਤੇ ਗਏ ਸੀ ਉਹਨਾਂ ਵਿੱਚੋਂ 90% ਵੈਂਟੀਲੇਟਰ ਖਰਾਬ ਹਨ। ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਵੱਖ-ਵੱਖ ਤਰੀਕਾਂ ਨੂੰ ਪਹੁੰਚੇ ਸੀ। 320 ਦੇ ਵਿੱਚੋਂ 90% ਵੈਂਟੀਲੇਟਰ ਖਰਾਬ ਨੇ ਤੇ ਉਹਨਾਂ ਦੇ ਵਿੱਚੋਂ ਫਰੀਦਕੋਟ ਦੇ ਵਿੱਚ ਵੀ ਵੈਂਟੀਲੇਟਰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਵੀ ਖਰਾਬ ਪਏ ਨੇ। ਕੇਂਦਰ ਸਰਕਾਰ ਦੇ ਕੌਮੀ ਟੀਕਾਕਰਨ ਤਕਨੀਕੀ ਸਲਾਹਕਾਰ ਗਰੁੱਪ ਯਾਨੀ ਕਿ NTAGI ਨੇ ਕੋਵਿਸ਼ੀਲਡ ਟੀਕੇ ਦੀਆਂ 2 ਖੁਰਾਕਾਂ ਵਿਚਾਲੇ ਸਮਾਂ ਵਧਾ ਕੇ 12 ਤੋਂ 16 ਹਫ਼ਤੇ ਕਰਨ ਦੀ ਸਿਫਾਰਿਸ਼ ਕੀਤੀ ਹੈ। ਯਾਨੀ ਕਿ 2 ਟੀਕੇ ਹਰ ਕਿਸੇ ਲਈ ਲਵਾਉਣੇ ਜ਼ਰੂਰੀ ਹੁੰਦੇ ਨੇ। ਪਹਿਲਾ ਟੀਕਾ ਜਦੋਂ ਤੁਸੀਂ ਲਵਾਉਂਦੇ ਹੋ ਪਹਿਲਾਂ ਇਹ ਸੀ ਕਿ 28 ਦਿਨਾਂ ਦੇ ਬਾਅਦ ਤੁਸੀਂ ਦੂਸਰਾ ਟੀਕਾ ਲਵਾਉਣਾ ਹੈ। ਹੁਣ ਕਿਹਾ ਕਿ 12 ਤੋਂ 16 ਹਫ਼ਤੇ ਨੇ ਜਿਹੜੇ ਉਹ ਦਿੱਤੇ ਜਾਣ। ਕੋਵੈਕਸਿਨ ਦੀਆਂ ਖੁਰਾਕਾਂ ਵਿਚਾਲੇ ਸਮੇਂ ਵਿੱਚ ਬਦਲਾਅ ਕਰਨ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਵੀ ਹੁਣ ਕੋਵਿਡ-19 ਦਾ ਟੀਕਾ ਲਾਇਆ ਜਾ ਸਕਦਾ ਹੈ ਤੇ ਦੂਜੀ ਖੁਰਾਕ ਹੈ ਜਿਹੜੀ ਉਹ ਦੁਬਾਰਾ ਦੱਸ ਦਿੰਦੇ ਆ ਕਿ ਇੱਕ ਟੀਕਾ ਜੇ ਤੁਸੀਂ ਅੱਜ ਲਵਾ ਲਿਆ ਤਾਂ ਦੂਸਰੀ ਖੁਰਾਕ ਟੀਕੇ ਦੀ ਉਹ 12 ਤੋਂ 16 ਹਫ਼ਤਿਆਂ ਦੇ ਬਾਅਦ ਲਵਾਉਣੀ ਹੈ। ਕਰੋਨਾ ਪੀੜਤ ਲੋਕ ਨੇ ਜਿਹੜੇ ਉਹ ਸਿਹਤਮੰਦ ਹੋਣ ਤੋਂ 6 ਮਹੀਨਿਆਂ ਤੱਕ ਟੀਕਾ ਨਾ ਲਗਵਾਉਣ। ਇਹ ਜਿਹੜੀ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਵਾ ਸਕਦੀਆਂ ਨੇ। ਗਰਭਵਤੀ ਔਰਤਾਂ ਵੀ ਲਗਵਾ ਸਕਦੀਆਂ ਨੇ ਪਰ ਜਿਹੜੇ ਕਰੋਨਾ ਪੀੜਤ ਲੋਕ ਜਦੋਂ ਠੀਕ ਹੋ ਜਾਂਦੇ ਨੇ ਠੀਕ ਹੋਣ ਤੋਂ 6 ਮਹੀਨੇ ਬਾਅਦ ਹੀ ਉਹਨਾਂ ਨੂੰ ਟੀਕਾ ਲਵਾਉਣਾ ਚਾਹੀਦਾ ਹੈ।
ਟੀਕਾ ਬਣਾਉਣ ਵਾਲੀ ਕੋਵੈਕਸਿਨ ਕੰਪਨੀ ਨੂੰ 2 ਤੋਂ 18 ਸਾਲ ਦੇ ਬੱਚਿਆਂ ਤੇ ਕੋਵਿਡ ਦੇ ਟੀਕੇ ਦੇ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਹਿੰਦੁਸਤਾਨ ਟਾਈਮਸ ਨੂੰ ਦੱਸਿਆ ਕਿ ਸੈਂਟਰ ਡਰੱਗ ਸਟੈਂਡਰਡ ਕੰਟਰੋਲ ਦੀ ਮਾਹਿਰ ਕਮੇਟੀ ਨੇ ਕੁਝ ਸ਼ਰਤਾਂ ਦੇ ਨਾਲ ਇਸ ਟ੍ਰਾਇਲ ਨੂੰ ਹਰੀ ਝੰਡੀ ਦਿੱਤੀ ਹੈ। ਭਾਰਤ ਬਾਇਓਟੈਕ ਦੇ ਵੱਲੋਂ ਭਾਰਤ ਵਿੱਚ ਪਹਿਲੀ ਵਾਰੀ ਬਾਲਗਾਂ ਦੇ ਉੱਤੇ ਕੋਰੋਨਾ ਵਾਇਰਸ ਲਈ ਟ੍ਰਾਇਲ ਕੀਤਾ ਜਾਵੇਗਾ। ਇਹ ਕਦਮ ਮਾਹਿਰਾਂ ਦੇ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਵੈਕਸੀਨ ਦੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ। ਜੇ ਟ੍ਰਾਇਲ ਹੈ ਜਿਹੜਾ ਉਹ ਸਕਸੈਸਫੁਲ ਹੋ ਜਾਂਦਾ ਹੈ ਤਾਂ 2 ਤੋਂ 18 ਸਾਲ ਦੇ ਬੱਚਿਆਂ ਨੂੰ ਵੀ ਟੀਕਾ ਲਗਵਾਇਆ ਜਾ ਸਕਦਾ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਲਈ ਐਂਟੀ ਕੋਵਿਡ-19 ਟੀਕੇ ਖਰੀਦਣ ਲਈ ਕੌਮਾਂਤਰੀ ਟੈਂਡਰ ਮੰਗੇਗੀ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਦਿੱਲੀ ਵਰਗੇ ਸੂਬਿਆਂ ਨੇ ਵੀ ਟੀਕਿਆਂ ਦੀ ਲੋੜ ਪੂਰੀ ਕਰਨ ਦੇ ਲਈ ਕੌਮਾਂਤਰੀ ਟੈਂਡਰ ਜਾਰੀ ਕਰਨ ਦਾ ਫੈਸਲਾ ਲਿਆ ਹੈ ਤੇ ਇਹਦੇ ਵਿੱਚ ਸਿੱਧੀ ਕੇਂਦਰ ਸਰਕਾਰ ਦੀ ਨਾਕਾਮੀ ਦਿਖ ਰਹੀ ਹੈ। ਹਰਿਆਣਾ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਹੈ। ਪਹਿਲਾਂ ਇਲਜ਼ਾਮ ਲਾਇਆ ਜਾ ਰਿਹਾ ਸੀ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ, ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਕਿ ਸਾਡੇ ਨਾਲ ਦਰਿਆਤ ਕੀਤੀ ਜਾ ਰਹੀ ਹੈ, ਸਾਨੂੰ ਉਹਨਾਂ ਦੇ ਮੁਕਾਬਲੇ ਟੀਕਾ ਘੱਟ ਦਿੱਤਾ ਜਾ ਰਿਹਾ ਹੈ। ਪਰ ਹਰਿਆਣਾ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਹੈ ਤੇ ਹਰਿਆਣਾ ਦੀ ਸਰਕਾਰ ਵੀ ਕੌਮਾਂਤਰੀ ਟੈਂਡਰ ਜਾਰੀ ਕਰੇਗੀ ਕਿਉਂਕਿ ਸੂਬਾ ਸਰਕਾਰ ਟੀਕਾ ਸਹੀ ਮਾਤਰਾ ਦੇ ਵਿੱਚ ਦੇਣ ਦੇ ਵਿੱਚ ਫੇਲ ਸਾਬਿਤ ਹੋਈ ਹੈ। WHO ਦੀ ਚੇਤਾਵਨੀ ਦੇ ਬਾਵਜੂਦ ਭਾਰਤ ਦੇ 2 ਸੂਬਿਆਂ ਗੋਆ ਤੇ ਉੱਤਰਾਖੰਡ ਨੇ ਆਈਵਰਮੈਕਟਿਨ ਦਵਾਈ ਦੇ ਇਸਤੇਮਾਲ ਦਾ ਫੈਸਲਾ ਲਿਆ ਹੈ। ਦੋਵਾਂ ਸੂਬਿਆਂ ਦੇ ਵਿੱਚ ਹਾਲ ਹੀ ਵਿੱਚ ਕੋਰੋਨਾ ਦੇ ਮਾਮਲੇ ਵਧੇ ਨੇ। ਹਸਪਤਾਲਾਂ ਦੇ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ, ਪਰ ਫਿਰ ਵੀ ਦੋਵੇਂ ਸੂਬਿਆਂ ਨੇ ਕਿਹਾ ਕਿ ਅਸੀਂ ਆਈਵਰਮੈਕਟਿਨ ਦਵਾਈ ਦਾ ਇਸਤੇਮਾਲ ਕਰਾਂਗੇ। ਦਰਅਸਲ ਮਾਰਚ ਮਹੀਨੇ ਦੇ ਅਖੀਰ ਦੇ ਵਿੱਚ WHO ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਆਈਵਰਮੈਕਟਿਨ ਦੇ ਇਸਤੇਮਾਲ ਨੂੰ ਲੈ ਕੇ ਜੋ ਸਬੂਤ ਹਾਲੇ ਤੱਕ ਮੌਜੂਦ ਨੇ ਉਹਨਾਂ ਤੋਂ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਤੇ ਇਸ ਦਵਾਈ ਨੂੰ ਬਣਾਉਣ ਵਾਲੀ ਕੰਪਨੀ ਮਰਕ ਦਾ ਵੀ ਕਹਿਣਾ ਹੈ ਕਿ ਇਸ ਐਂਟੀ ਪੈਰਾਸਿਟਿਕ ਡਰੱਗ ਦਾ ਇਸਤੇਮਾਲ ਕੋਵਿਡ ਦੇ ਇਲਾਜ ਵਿੱਚ ਨਹੀਂ ਕਰਨਾ ਚਾਹੀਦਾ। ਇਸ ਨੂੰ ਲੈ ਕੇ ਲੋੜੀਂਦਾ ਡੇਟਾ ਉਪਲਬਧ ਨਹੀਂ ਹੈ ਕਿ ਕੋਵਿਡ ਦੇ ਇਲਾਜ ਲਈ ਬਣੀ ਵੀ ਹੋਈ ਹੈ ਜਾਂ ਫਿਰ ਨਹੀਂ। ਇਹਨਾਂ ਸਲਾਹਾਂ ਦੇ ਬਾਵਜੂਦ, ਇਹਨਾਂ ਚੇਤਾਵਨੀਆਂ ਦੇ ਬਾਵਜੂਦ ਗੋਆ ਨੇ ਕਿਹਾ ਕਿ ਅਸੀਂ ਆਪਣੇ ਸੂਬੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਈਵਰਮੈਕਟਿਨ ਦੀ ਡੋਜ਼ ਦੇਵਾਂਗੇ। ਉੱਤਰਾਖੰਡ ਨੇ ਵੀ ਕਿਹਾ ਕਿ ਅਸੀਂ ਆਪਣੇ ਸੂਬੇ ਦੇ ਵਿੱਚ 2 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਇਹ ਦਵਾਈ ਦੇਵਾਂਗੇ। ਹਾਲਾਂਕਿ ਉੱਤਰਾਖੰਡ ਦੇ ਵਿੱਚ ਗਰਭਵਤੀ ਔਰਤਾਂ ਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਇਹ ਦਵਾਈ ਨਹੀਂ ਦਿੱਤੀ ਜਾਏਗੀ। ਭਾਰਤ ਦੇ ICMR ਨੇ ਜਿਹੜੇ ਮੱਧਮ ਲੱਛਣ ਵਾਲੇ ਕੋਰੋਨਾ ਮਰੀਜ਼ ਨੇ ਉਹਨਾਂ ਨੂੰ ਇਸ ਦਵਾਈ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ, ਪਰ ਨਾਲ ਹੀ ਇਹ ਵੀ ਉਹਨਾਂ ਨੇ ਚੇਤਨ ਕੀਤਾ ਹੈ ਕਿ ਇਸ ਦੇ ਸਬੂਤ ਦਾ ਭਰੋਸਾ ਬਹੁਤ ਘੱਟ ਹੈ ਕਿ ਇਹ ਦਵਾਈ ਹੈ ਕੋਰੋਨਾ ਦਾ ਇਲਾਜ ਹੈ। ਸੋ ਇਹ ਦਵਾਈ ਨੂੰ ਲੈਣ ਵਾਸਤੇ ਆਮ ਲੋਕ ਜਿਹੜੇ ਤੁਸੀਂ ਵੀ ਸਾਰੇ ਖਬਰਾਂ ਸੁਣ ਰਹੇ ਹੋ, ਇਸ ਦਵਾਈ ਨੂੰ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰ ਦੀ ਸਲਾਹ ਤੋਂ ਬਿਨਾਂ ਤਾਂ ਬਿਲਕੁਲ ਨਹੀਂ ਲੈਣੀ, ਪਰ ਇਹ ਬਿਲਕੁਲ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹ ਕੋਰੋਨਾ ਵਾਇਰਸ ਦੀ ਦਵਾਈ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਕੋਰੋਨਾ ਦੇ ਲਈ ਨਿੱਜੀ ਕੰਪਨੀਆਂ ਤੋਂ ਸਹਿਯੋਗ ਲੈਣ ਦੇ ਹੁਕਮ ਦਿੱਤੇ ਨੇ। ਹਾਈ ਕੋਰਟ ਨੇ ਕਿਹਾ ਕਿ ਸੂਬੇ CSR ਜ਼ਰੀਏ ਵੱਡੀਆਂ ਨਿੱਜੀ ਕੰਪਨੀਆਂ ਤੋਂ ਮਦਦ ਲੈ ਕੇ ਲੋੜਵੰਦ ਲੋਕਾਂ ਦੀ ਮਦਦ ਕਰਨ। ਇਹਨਾਂ ਕੰਪਨੀਆਂ ਦੇ ਵੱਲੋਂ ਜਿਹੜੀ ਮਦਦ ਰਾਸ਼ੀ ਦਿੱਤੀ ਜਾਏਗੀ ਉਹ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਵੇ। ਸੋ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਤਿੰਨਾਂ ਨੂੰ ਇਹ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਨੇ। ਹਾਲਾਂਕਿ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਨਾਰਾਜ਼ਗੀ ਜਤਾਈ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਕੇਂਦਰੀ ਅਦਾਰੇ ਬਣੇ ਹੋਏ ਨੇ ਉਹਨਾਂ ਨੇ ਕਿਸੇ ਨੇ ਵੀ ਕੈਪਟਨ ਸਾਹਿਬ ਦੀ ਨਿੱਜੀ ਅਪੀਲ ਦੇ ਬਾਵਜੂਦ ਵੀ ਕੋਰੋਨਾ ਦੀ ਇਸ ਲੜਾਈ ਦੇ ਵਿੱਚ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਹੈ ਤੇ ਹੁਣ ਨਿੱਜੀ ਕੰਪਨੀਆਂ ਕਰਨਗੀਆਂ ਜਾਂ ਨਹੀਂ ਕਰਨਗੀਆਂ, ਕਿਹਨਾਂ ਤੋਂ ਸਰਕਾਰਾਂ ਮਦਦ ਦੀ ਅਪੀਲ ਕਰਨਗੀਆਂ, ਇਹ ਵੀ ਦੇਖਣਾ ਅਹਿਮ ਰਹੇਗਾ। ਭਾਰਤ ਵਿੱਚ ਲਾਕਡਾਊਨ ਲਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ ਤੋਂ ਸਲਾਹਾਂ ਆ ਚੁੱਕੀਆਂ ਨੇ ਕਿ ਭਾਰਤ ਸਰਕਾਰ ਨੂੰ ਲਾਕਡਾਊਨ ਲਾ ਦੇਣਾ ਚਾਹੀਦਾ, ਪਰ ਭਾਰਤ ਸਰਕਾਰ ਹਾਲੇ ਇਸ ਫੈਸਲੇ ਤੇ ਲਗਾਤਾਰ ਚੁੱਪ ਧਾਰ ਕੇ ਬੈਠੀ ਹੈ ਤੇ ਹੁਣ ICMR ਜਿਹੜੀ ਭਾਰਤ ਦੀ ਹੀ ਸੰਸਥਾ ਹੈ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਉਸ ਦੇ ਨਿਰਦੇਸ਼ਕ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਨੇ ਉੱਥੇ 1.5 ਜਾਂ 2 ਮਹੀਨੇ ਦਾ ਮੁਕੰਮਲ ਲਾਕਡਾਊਨ ਲਾਇਆ ਜਾਣਾ ਚਾਹੀਦਾ ਹੈ। ਰॉयटर्स ਦੇ ਮੁਤਾਬਿਕ ਇੱਕ ਇੰਟਰਵਿਊ ਦੇ ਵਿੱਚ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਲਾਗ ਦੀ ਦਰ 10% ਤੋਂ ਵੱਧ ਹੈ ਉੱਥੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਲਈ ਪਾਬੰਦੀਆਂ ਲਾਉਣ ਦੀ ਸਖਤ ਲੋੜ ਹੈ। ਤੇ ਇਹ ਵੀ ਜ਼ਿਕਰ ਕਰਨ ਯੋਗ ਹੈ ਕਿ ਡਾਕਟਰ ਬਲਰਾਮ ਭਾਰਗਵ ਦੀ ਇਹ ਟਿੱਪਣੀ ਭਾਰਤ ਦੇ ਕਿਸੇ ਵੱਡੇ ਸਰਕਾਰੀ ਅਧਿਕਾਰੀ ਦੀ ਅਜਿਹੀ ਪਹਿਲੀ ਟਿੱਪਣੀ ਹੈ ਜੋ ਲਾਕਡਾਊਨ ਲਾਉਣ ਦਾ ਸਮਰਥਨ ਕਰਦੀ ਹੋਵੇ। ਫਿਲਹਾਲ ਦੇਸ਼ ਦੇ ਵਿੱਚ 718 ਅਜਿਹੇ ਜ਼ਿਲ੍ਹੇ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਕੋਰੋਨਾ ਟੈਸਟ ਦੇ ਵਿੱਚ ਪੋਜ਼ਿਟਿਵਿਟੀ ਦਰ ਹੈ ਜਿਹੜੀ 10% ਤੋਂ ਵੱਧ ਦਰਜ ਕੀਤੀ ਗਈ ਹੈ। ਇਹਨਾਂ ਦੇ ਵਿੱਚ ਦਿੱਲੀ, ਮੁੰਬਈ ਤੇ ਬੰਗਲੁਰੂ ਵਰਗੇ ਵੱਡੇ ਸ਼ਹਿਰ ਵੀ ਸ਼ਾਮਲ ਨੇ।
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇੱਕ ਦੁਖਦਾਈ ਖਬਰ ਦੱਸਾਂਗੇ ਕਿਉਂਕਿ ਕਰੋਨਾ ਦੇ ਇਸ ਕਹਿਰ ਦੇ ਵਿੱਚ ਕਈ ਪਰਿਵਾਰਾਂ ਦੇ ਨਾਲ ਇੰਨਾ ਕੁ ਕਹਿਰ ਵਰਤ ਰਿਹਾ ਹੈ ਜਿਸ ਨੂੰ ਸੁਣ ਕੇ ਹੀ ਤੁਹਾਡਾ ਦਿਲ ਹੈ ਜਿਹੜਾ ਉਹ ਰੋਣ ਲੱਗ ਪੈਂਦਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਤਕੀਪੁਰ ਤੋਂ ਵੀ ਅਜਿਹੀ ਖਬਰ ਆਈ ਹੈ ਜਿੱਥੇ ਇੱਕ ਸਾਬਕਾ ਸਰਪੰਚ ਅਤੇ ਉਸ ਦੇ 2 ਪੁੱਤਰਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ ਤੇ 3 ਜਣਿਆਂ ਦੀ ਇੱਕ ਪਰਿਵਾਰ ਦੇ ਵਿੱਚੋਂ 3 ਜਣਿਆਂ ਦੀ ਮੌਤ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਸਾਬਕਾ ਸਰਪੰਚ ਤਰਲੋਕ ਸਿੰਘ ਦੀ ਧੀ ਦੀ ਵੀ ਸਹੁਰੇ ਘਰ ਦੇ ਵਿੱਚ ਮੌਤ ਹੋ ਗਈ ਹੈ, ਯਾਨੀ ਕਿ ਇੱਕੋ ਪਰਿਵਾਰ ਦੇ 4 ਮੈਂਬਰ 3 ਬੱਚੇ ਤੇ ਇੱਕ ਪਿਓ, 4 ਦੀ ਮੌਤ ਹੋ ਗਈ ਹੈ। ਇਸ ਪਰਿਵਾਰ ਦੇ ਨਾਲ ਵਾਪਰੀ ਤਰਾਸਦੀ ਤੋਂ ਕੁਝ ਦਿਨ ਪਹਿਲਾਂ ਇਸੇ ਪਿੰਡ ਤਕੀਪੁਰ ਦੇ ਵਿੱਚ ਇੱਕ ਹੋਰ ਔਰਤ ਦੀ ਵੀ ਕਰੋਨਾ ਕਰਕੇ ਮੌਤ ਹੋ ਗਈ ਸੀ ਤੇ ਪਿੰਡ ਦੇ ਵਿੱਚ ਕਰੋਨਾ ਮਹਾਮਾਰੀ ਦੇ ਨਾਲ ਹੋਈਆਂ ਇਹਨਾਂ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਵੀ ਹੁਣ ਹਰਕਤ ਦੇ ਵਿੱਚ ਆ ਗਿਆ। ਇਹ ਬੜੀ ਦੁਖਦਾਈ ਗੱਲ ਹੈ ਕਿ ਪਹਿਲਾਂ ਸਾਡਾ ਸਿਸਟਮ ਹਰਕਤ ਦੇ ਵਿੱਚ ਨਹੀਂ ਆਉਂਦਾ, ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਉਦੋਂ ਇਹ ਹਰਕਤ ਦੇ ਵਿੱਚ ਆ ਜਾਂਦੇ ਨੇ। ਹੁਣ ਸਿਹਤ ਕਰਮਚਾਰੀ ਲੋਕਾਂ ਦੇ ਸੈਂਪਲ ਵੀ ਲੈ ਰਹੇ ਨੇ। ਪਿੰਡ ਵਾਸੀਆਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਪਿੰਡ ਦੇ ਮੌਜੂਦਾ ਸਰਪੰਚ ਧਰਮਿੰਦਰ ਸਿੰਘ ਦੀ ਜਾਣਕਾਰੀ ਦੇ ਮੁਤਾਬਿਕ ਸਾਬਕਾ ਸਰਪੰਚ ਤਰਲੋਕ ਸਿੰਘ ਉਮਰ ਹਾਲਾਂਕਿ 84 ਸਾਲ ਦੀ ਸੀ। ਉਹਨਾਂ ਦੀ 2 ਮਈ ਨੂੰ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁੱਤਰ 2 ਹਰਪਾਲ ਸਿੰਘ 46 ਸਾਲ, ਜਸਪਾਲ ਸਿੰਘ 54 ਸਾਲ, ਇਹਨਾਂ ਦੀ ਵੀ 7 ਤੇ 8 ਮਈ ਨੂੰ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਤਰਲੋਕ ਸਿੰਘ ਦੀ ਬੇਟੀ ਸੁਖਜੀਤ ਕੌਰ ਵੀ 1 ਮਈ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਈ ਸੀ। ਜਸਪਾਲ ਸਿੰਘ ਦੇ ਪਿੱਛੇ, ਜਿਹੜਾ ਕਿ ਸਰਪੰਚ ਤਰਲੋਕ ਸਿੰਘ ਦਾ ਇੱਕ ਪੁੱਤਰ ਹੈ, ਉਸ ਦੇ ਪਿੱਛੇ ਇੱਕ ਪੁੱਤਰ ਤੇ ਇੱਕ ਧੀ ਹੈ ਜੋ ਕੈਨੇਡਾ 'ਚ ਰਹਿ ਰਹੇ ਨੇ। ਹਰਪਾਲ ਸਿੰਘ ਦੇ ਪਿੱਛੇ 2 ਪੁੱਤਰ ਨੇ, ਯਾਨੀ ਕਿ ਦੂਸਰਾ ਪੁੱਤਰ ਜਿਸ ਦੀ ਮੌਤ ਹੋਈ ਹੈ ਉਸ ਦੇ ਪਿੱਛੇ 2 ਪੁੱਤਰ ਨੇ। ਸਿਵਲ ਸਰਜਨ ਸੰਗਰੂਰ ਡਾਕਟਰ ਅੰਜਨਾ ਗੁਪਤਾ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਕਰੋਨਾ ਕੇਸਾਂ ਦੀ ਪੋਜ਼ਿਟਿਵਿਟੀ ਹਾਲਾਂਕਿ ਵੱਧ ਗਈ ਹੈ। ਇਸ ਦੇ ਨਾਲ ਹੀ ਸੈਂਪਲਿੰਗ ਵੀ ਵਧਾ ਦਿੱਤੀ ਗਈ ਹੈ। ਲੰਘੇ ਦਿਨ 203 ਪੋਜ਼ਿਟਿਵ ਕੇਸ ਸਨ ਤੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ 1861 ਪੋਜ਼ਿਟਿਵ ਕੇਸ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਕੁਆਰੰਟਾਈਨ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਆਪਾਂ ਸੁਣ ਰਹੇ ਸੀ ਕਿ ਰਾਜਧਾਨੀ ਦਿੱਲੀ ਦੇ ਵਿੱਚ ਆਕਸੀਜਨ ਦੀ ਘਾਟ ਹੈ। ਆਕਸੀਜਨ ਦੀ ਘਾਟ ਕਾਰਨ ਲੋਕ ਕਿਵੇਂ ਦਰ-ਬਦਰ ਸੜਕਾਂ ਤੇ ਭਟਕਦੇ ਫਿਰ ਰਹੇ ਸੀ। ਇਹ ਸਭ ਨੇ ਹਾਲਾਤ ਦੇਖੇ ਨੇ, ਪਰ ਹੁਣ ਇੱਕਦਮ ਦਿੱਲੀ ਦੇ ਵਿੱਚ ਹਾਲਾਤ ਸੁਧਰੇ ਨੇ ਤੇ ਹੁਣ ਦਿੱਲੀ ਸਰਕਾਰ ਨੇ ਫਰਾਖ ਦਿੱਲੀ ਦਿਖਾਉਂਦੇ ਹੋਏ ਐਲਾਨ ਕੀਤਾ ਹੈ ਕਿ ਸਾਡੇ ਕੋਲੇ ਲੋੜ ਤੋਂ ਵੱਧ ਜਿਹੜੀ ਆਕਸੀਜਨ ਹੁਣ ਆ ਰਹੀ ਹੈ ਉਹ ਅਸੀਂ ਹੋਰ ਸੂਬਿਆਂ ਨੂੰ ਦੇਵਾਂਗੇ। ਕੇਜਰੀਵਾਲ ਸਰਕਾਰ ਨੇ ਲੋੜ ਪੂਰੀ ਹੋਣ ਤੋਂ ਬਾਅਦ ਵਾਧੂ ਆਕਸੀਜਨ ਹੋਰ ਸੂਬਿਆਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਹੁਣ ਕੋਵਿਡ ਬਿਸਤਰੇ ਖਾਲੀ ਹੋਣ ਕਰਕੇ ਆਕਸੀਜਨ ਦੀ ਮੰਗ ਘਟ ਗਈ ਹੈ। 15 ਦਿਨ ਪਹਿਲਾਂ ਦਿੱਲੀ ਵਿੱਚ ਬਿਸਤਰਿਆਂ ਮੁਤਾਬਿਕ 700 ਟਨ ਆਕਸੀਜਨ ਦੀ ਲੋੜ ਸੀ ਤੇ ਹੁਣ ਦਿੱਲੀ ਦੇ ਵਿੱਚ ਆਕਸੀਜਨ ਦੀ ਮੰਗ ਰੋਜ਼ਾਨਾ ਘਟ ਕੇ 582 ਟਨ ਰਹਿ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਤੈਅ ਕੋਟੇ 590 ਟਨ ਤੋਂ ਜ਼ਿਆਦਾ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ ਤੇ ਉਹ ਵਾਧੂ ਸਪਲਾਈ ਹੁਣ ਹੋਰ ਸੂਬਿਆਂ ਨੂੰ ਅਸੀਂ ਦੇਣ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਾਂ। ਜਿਹੜੇ ਵੀ ਸੂਬੇ ਚਾਹੁੰਦੇ ਨੇ ਲੈ ਸਕਦੇ ਨੇ। ਚੱਕਰ ਆਉਣ ਦੀ ਸ਼ਿਕਾਇਤ ਤੋਂ ਬਾਅਦ ਪੀਜੀਆਈ ਰੋਹਤਕ ਦੇ ਵਿੱਚ ਦਾਖਲ ਡੇਰਾ ਮੁਖੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੇ ਕੋਵਿਡ ਦਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੰਸਥਾਨ ਦੇ ਯਾਨੀ ਕਿ ਪੀਜੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਡੇਰਾ ਮੁਖੀ ਦੀ ਹਾਲਤ ਸਥਿਰ ਹੈ। ਬਲਾਤਕਾਰ ਤੇ ਕਤਲ ਦੇ ਮਾਮਲਿਆਂ ਦੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੰਘੇ ਦਿਨ ਸਖਤ ਸੁਰੱਖਿਆ ਵਿੱਚ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਡੇਰਾ ਮੁਖੀ ਹਾਈਪਰਟੈਂਸ਼ਨ ਤੇ ਸ਼ੂਗਰ ਦਾ ਮਰੀਜ਼ ਹੈ ਤੇ ਉਸ ਨੂੰ ਚੱਕਰ ਵੀ ਆ ਰਹੇ ਸੀ ਤੇ ਸਾਧਵੀ ਨਾਲ ਬਲਾਤਕਾਰ ਮਾਮਲੇ ਦੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਮਰ ਕੈਦ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ। ਪੀਜੀਆਈ ਲਿਆਉਣ ਲਈ ਪ੍ਰਸ਼ਾਸਨ ਨੇ ਪੁਖਤਾ ਬੰਦੋਬਸਤ ਕੀਤੇ। ਮੀਡੀਆ ਦੀ ਨਜ਼ਰ ਤੋਂ ਲੁਕਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਗਈ। ਕੋਈ ਵੀ ਪੁਲਿਸ ਅਧਿਕਾਰੀ ਜਾਂ ਜੇਲ੍ਹ ਪ੍ਰਸ਼ਾਸਨ ਦਾ ਅਫਸਰ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕਰ ਰਿਹਾ ਸੀ, ਪਰ ਹੁਣ ਆਖਿਰਕਾਰ ਕਰਨੀ ਪੈ ਗਈ ਹੈ। ਦਿੱਲੀ ਦੇ ਵਿੱਚ ਮੀਂਹ ਕਾਰਨ ਜਿੱਥੇ ਮੌਸਮ ਖੁਸ਼ਗਵਾਰ ਹੋਇਆ, ਉੱਥੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ। ਕੁਦਰਤ ਵੀ ਕਹਿੰਦੇ ਕਿਸਾਨਾਂ ਦੇ ਬਦਲੇ ਲੈ ਰਹੀ ਹੈ। ਮੀਂਹ ਕਾਰਨ ਬਾਰਡਰਾਂ ਤੇ ਡਟੇ ਕਿਸਾਨਾਂ ਦੇ ਬਿਸਤਰਿਆਂ ਸਮੇਤ ਸਮਾਨ ਭਿੱਜ ਗਿਆ, ਟੈਂਟ ਉਖੜ ਗਏ ਨੇ। ਭਾਰੀ ਮੀਂਹ ਪਿਆ ਹੈ। ਸਵੇਰੇ ਧੁੱਪ ਨਿਕਲੀ ਤਾਂ ਸਿੰਘੂ ਬਾਰਡਰ ਤੇ ਕਿਸਾਨ ਆਪਣਾ ਸਮਾਨ ਮੰਜਿਆਂ ਤੇ ਸੁੱਕਣਾ ਪਾ ਰਹੇ ਸੀ। ਕਿਸਾਨ ਲੀਡਰਾਂ ਨੇ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਬਾਵਜੂਦ ਸਾਡੇ ਹੌਸਲੇ ਬੁਲੰਦ ਨੇ। ਇਹ ਮੰਦਭਾਗਾ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਤੀ ਅੜੀਅਲ ਰਵੱਈਆ ਹਜੇ ਤੱਕ ਰੱਖ ਰਹੀ ਹੈ ਤੇ ਕਿਸਾਨ ਸੜਕਾਂ ਤੇ ਰਹਿਣ ਲਈ ਮਜਬੂਰ ਨੇ। ਇਸ ਵਰਤਾਰੇ ਦੇ ਬਾਵਜੂਦ ਕਿਸਾਨ ਹਾਲੇ ਤੱਕ
ਤਾਕਤ ਵਿੱਚ ਨੇ। ਹਰ ਮੌਸਮ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ। ਹਰ ਮੌਸਮ ਦੇ ਵਿੱਚ ਆਪਣਾ ਸਮਾਂ ਉਹ ਸੜਕਾਂ ਤੇ ਬਿਤਾ ਰਹੇ ਨੇ। ਫਸਲਾਂ ਦੀ ਵਾਢੀ ਤੇ ਵੇਚਣ ਤੋਂ ਪਹਿਲਾਂ ਦੇ ਸਫ਼ਰ ਵਿੱਚ ਬਹੁਤ ਸਾਰੀਆਂ ਮੌਸਮੀ ਸਮੱਸਿਆਵਾਂ ਦਾ ਕਿਸਾਨ ਕਹਿੰਦੇ ਸਾਹਮਣਾ ਕਰਨਾ ਪੈਂਦਾ, ਪਰ ਕਿਸਾਨ ਘਬਰਾਉਂਦੇ ਨਹੀਂ, ਆਪਣੇ ਸਬਰ ਨੂੰ ਬਣਾਈ ਰੱਖਦੇ ਹੋਏ ਉਤਸ਼ਾਹ ਨਾਲ ਲੜ ਰਹੇ ਨੇ। ਕਹਿੰਦੇ ਮੋਦੀ ਸਰਕਾਰ ਦੇ ਖੇਤੀਬਾੜੀ ਕਾਨੂੰਨ ਕਿਸੇ ਵੀ ਕੁਦਰਤੀ ਆਫਤ ਦੇ ਨਾਲੋਂ ਸਾਡੇ ਲਈ ਵੱਡੇ ਨੇ, ਪਰ ਕਿਸਾਨ ਇਹਨਾਂ ਖਿਲਾਫ ਵੀ ਜ਼ੋਰਦਾਰ ਲੜਾਈ ਲੜ ਰਹੇ ਨੇ ਤੇ ਸਰਕਾਰ ਹੁਣ ਸਾਡੇ ਸਬਰ ਦੀ ਪ੍ਰੀਖਿਆ ਨਾ ਲਵੇ। ਕਹਿੰਦੇ ਇੰਨਾ ਲੰਬਾ ਅੰਦੋਲਨ ਦੇ ਚੱਲਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਰਕਾਰ ਸਾਡੇ ਪ੍ਰਤੀ ਚਿੰਤਿਤ ਹੀ ਨਹੀਂ ਹੈ ਤੇ ਸਰਕਾਰ ਸਾਡਾ ਸ਼ੋਸ਼ਣ ਕਰਨਾ ਚਾਹੁੰਦੀ ਹੈ। ਇਹ ਸ਼ੋਸ਼ਣ ਨਹੀਂ ਤਾਂ ਹੋਰ ਕੀ ਹੈ। ਨਵੰਬਰ 2020 ਦੇ ਵਿੱਚ ਜਦੋਂ ਕਿਸਾਨਾਂ ਦੇ ਦਿੱਲੀ ਵਿੱਚ ਮੋਰਚੇ ਲੱਗੇ ਸੀ ਤਾਂ ਕਿਸਾਨਾਂ ਦੇ ਕੋਲ ਘੱਟੋ ਘੱਟ 6 ਮਹੀਨਿਆਂ ਦੀਆਂ ਤਿਆਰੀਆਂ ਸੀ। 6 ਮਹੀਨੇ ਦਾ ਰਾਸ਼ਨ ਨੂੰ ਲੈ ਕੇ ਗਏ ਸੀ। ਹੁਣ 6 ਮਹੀਨੇ ਪੂਰੇ ਹੋਣ ਵਾਲੇ ਨੇ। ਸਰਕਾਰ ਦਾ ਹੰਕਾਰੀ ਰਵੱਈਆ ਉਸੇ ਤਰੀਕੇ ਨਾਲ ਹੈ ਤੇ ਹੁਣ ਕਿਸਾਨਾਂ ਨੂੰ ਆਪਣੇ ਉੱਥੇ ਰਹਿਣ ਸਹਿਣ ਦੇ ਲਈ ਹੋਰ ਪ੍ਰਬੰਧ ਕਰਨੇ ਪੈ ਰਹੇ ਨੇ। ਕਿਸਾਨਾਂ ਨੇ ਸਿੰਘੂ ਬਾਰਡਰ ਤੇ ਆਟਾ ਚੱਕੀ ਵੀ ਸਥਾਪਿਤ ਕਰ ਲਈ ਹੈ। ਕਿਸਾਨ ਜਥੇਬੰਦੀਆਂ ਪੀਣ ਵਾਲੇ ਪਾਣੀ ਦੇ ਵੱਡੇ ਪੈਕਟਾਂ ਦਾ ਜਿਹੜਾ ਭੰਡਾਰ ਹੈ ਉਹ ਵੀ ਉੱਥੇ ਰੱਖ ਰਹੀਆਂ ਨੇ। ਵੱਡਾ ਭੰਡਾਰ ਰੱਖਿਆ ਹੋਇਆ। ਕਿਸਾਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਮੋਦੀ ਸਰਕਾਰ ਲਈ ਇੱਕ ਸਿੱਧਾ ਸੰਦੇਸ਼ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰੋਗੇ ਉਦੋਂ ਤੱਕ ਅਸੀਂ ਪੂਰੀ ਤਾਕਤ ਨਾਲ ਲੜਦੇ ਰਹਾਂਗੇ। ਕਿਸਾਨਾਂ ਨੇ ਵੀ ਕਿਹਾ ਕਿ ਇੱਕ ਪਾਸੇ ਜਿੱਥੇ ਬੀਜੇਪੀ ਸਰਕਾਰ ਫਿਰਕੂ ਰੂਪ ਦੇ ਕੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਰਮਜ਼ਾਨ ਦਾ ਮਹੀਨਾ ਇੱਕ ਵਾਰ ਫਿਰ ਕਿਸਾਨਾਂ ਦੇ ਵਿੱਚ ਏਕਤਾ ਲਿਆਇਆ ਹੈ। ਇਫਤਾਰ ਪ੍ਰੋਗਰਾਮ ਉਹਨਾਂ ਦੇ ਵੱਖੋ-ਵੱਖ ਧਰਮਾਂ ਦੀ ਪਰਵਾਹ ਕੀਤੇ ਬਿਨਾਂ ਕਿਸਾਨਾਂ ਦੇ ਵਿੱਚ ਭਾਈਚਾਰੇ ਦਾ ਗਵਾਹ ਹੈ। ਸਿੰਘੂ ਸਰਹੱਦ ਤੇ ਵੀ ਇਫਤਾਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਚੇਤਾਵਨੀ ਦਿੱਤੀ ਹੈ। ਕਿਹਾ ਜੇ ਸੁਨੀਲ ਜਾਖੜ ਦੇ ਵਿੱਚ ਹਿੰਮਤ ਹੈ ਤਾਂ ਅਬੋਹਰ ਤੋਂ ਮੇਰੇ ਖਿਲਾਫ ਚੋਣ ਲੜੇ। ਜੇਕਰ ਜਾਖੜ ਅਬੋਹਰ ਤੋਂ ਚੋਣ ਲੜਨ ਲਈ ਆਉਂਦੇ ਨੇ ਤਾਂ ਅਬੋਹਰ ਦੇ ਲੋਕ ਜਾਖੜ ਨੂੰ ਹਰਾ ਕੇ ਭੇਜਣਗੇ। ਉਹਨਾਂ ਕਿਹਾ ਕਿ ਸੁਨੀਲ ਜਾਖੜ ਆਪਣੇ ਹਲਕੇ ਵਿੱਚ ਇਕੱਲੇ ਰਹਿ ਗਏ ਨੇ। ਫਾਜ਼ਿਲਕਾ ਹਲਕੇ ਦੇ ਸਾਰੇ ਕਾਂਗਰਸੀ ਸਾਂਸਦ ਮੇਰੇ ਨਾਲ ਆ ਗਏ ਨੇ। ਦਰਅਸਲ ਫਾਜ਼ਿਲਕਾ ਤੋਂ ਕਾਂਗਰਸ ਵਿਧਾਇਕ ਡਾਕਟਰ ਮੋਹਿੰਦਰ ਰਿਣਵਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਸ਼ਾਮਿਲ ਕੀਤਾ। ਸੁਖਬੀਰ ਬਾਦਲ ਦੇ ਵੱਲੋਂ ਡਾਕਟਰ ਰਿਣਵਾ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਫਾਜ਼ਿਲਕਾ, ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਾਕਟਰ ਮਹਿੰਦਰ ਕੁਮਾਰ 1992 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸੀ। 2002 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣਾਂ ਜਿੱਤ ਕੇ ਫਾਜ਼ਿਲਕਾ ਤੋਂ ਵਿਧਾਇਕ ਬਣੇ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੱਤੀ ਹੈ ਕਿ ਨਿੱਜੀ ਲੜਾਈ ਛੱਡ ਕੇ ਕਰੋਨਾ ਦੇ ਹਾਲਾਤਾਂ ਤੇ ਧਿਆਨ ਦਿਓ। ਸਰਕਾਰ ਇਸ ਵਕਤ ਸੂਬੇ ਦੇ ਵਿੱਚ ਕਰੋਨਾ ਮਹਾਮਾਰੀ ਦੀ ਜੋ ਸਥਿਤੀ ਹੈ ਉਸ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਤੇ ਧਿਆਨ ਦੇਵੇ। ਸਰਬ ਪਾਰਟੀ ਬੈਠਕ ਸੱਦੇ। ਇਸ ਦੀ ਮੁੜ ਤੋਂ ਸੁਖਬੀਰ ਨੇ ਮੰਗ ਕੀਤੀ ਹੈ। ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਪੂਰੀ ਮਦਦ ਕਰਨ ਦੇ ਲਈ ਤਿਆਰ ਹਾਂ। ਆਰਥਿਕ ਤੌਰ ਤੇ ਵੀ ਅਸੀਂ ਪੰਜਾਬ ਸਰਕਾਰ ਦੀ ਮਦਦ ਕਰਨ ਲਈ ਤਿਆਰ ਹਾਂ। ਪਿੰਡਾਂ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਮੁਹਿੰਮ ਤੇਜ਼ ਕੀਤੀ ਜਾਵੇ। ਇਹ ਵੀ ਦਾਅਵਾ ਕੀਤਾ ਕਿ ਅਕਾਲੀ ਵਰਕਰ ਲਗਾਤਾਰ ਪਲਾਜ਼ਮਾ ਡੋਨੇਟ ਕਰ ਰਹੇ ਨੇ ਤੇ ਮੈਂ ਵੀ ਪਲਾਜ਼ਮਾ ਡੋਨੇਟ ਕਰਾਂਗਾ। ਇਹ ਵੱਡਾ ਐਲਾਨ ਕੀਤਾ ਹੈ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਨੇ ਜਿਹੜਾ ਕਿਹਾ ਕਿ ਅਸੀਂ ਆਰਥਿਕ ਤੌਰ ਤੇ ਵੀ ਪੰਜਾਬ ਦੀ ਸਹਾਇਤਾ ਕਰਨ ਦੇ ਲਈ ਤਿਆਰ ਹਾਂ। ਇਸ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਵਿਰੋਧੀ ਧਿਰ ਕਹਿ ਰਹੀ ਹੈ ਕਿ ਅਸੀਂ ਪੂਰੀ ਮਦਦ ਕਰਨ ਲਈ ਤਿਆਰ ਹਾਂ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਲੁਧਿਆਣੇ ਦੇ ਵਿੱਚ ਕਰੋਨਾ ਦੀਆਂ ਸਖਤ ਪਾਬੰਦੀਆਂ ਲਾਈਆਂ ਗਈਆਂ ਨੇ। ਡੀਸੀ ਵਰਿੰਦਰ ਕੁਮਾਰ ਸ਼ਰਮਾ ਕਾਫੀ ਐਕਟਿਵ ਇੱਥੇ ਨਜ਼ਰ ਆਉਂਦੇ ਨੇ। ਲੋਕਾਂ ਨੂੰ ਰਾਹਤ ਦਿੰਦੇ ਹੋਏ ਇੱਥੇ ਫਲਾਂ ਤੇ ਸਬਜ਼ੀਆਂ ਦੀ ਜਿਹੜੀ ਕੀਮਤ ਹੈ ਉਹ ਰੋਜ਼ਾਨਾ ਜਾਰੀ ਕਰਨ ਦਾ ਫੈਸਲਾ ਲਿਆ ਹੈ। ਲੁਧਿਆਣਾ ਪ੍ਰਸ਼ਾਸਨ ਨੇ ਇਸ ਦਾ ਹੁਕਮ ਦਿੱਤਾ ਹੈ ਕਿ ਹੁਣ ਰੋਜ਼ਾਨਾ ਫਲਾਂ ਤੇ ਸਬਜ਼ੀਆਂ ਦੇ ਰੇਟ ਤੈਅ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਲੁੱਟਿਆ ਨਾ ਜਾ ਸਕੇ। 13 ਮਈ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਬਜ਼ੀਆਂ ਤੇ ਫਲਾਂ ਦੇ ਰੇਟ ਨਿਰਧਾਰਿਤ ਕੀਤੇ ਜਿਹੜੇ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਨਿਰਧਾਰਿਤ ਕੀਮਤ ਤੋਂ ਮਹਿੰਗਾ ਸਮਾਨ ਵੇਚਣ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸੰਗਰੂਰ ਦੇ ਲਹਿਰਾ ਗਾਗਾ ਤੋਂ ਖਬਰ ਹੈ ਜਿੱਥੇ ਪੰਜਾਬ ਭਰ ਦੇ ਵਿੱਚ ਜ਼ਮੀਨ ਸੰਘਰਸ਼ ਕਾਰਨ ਚਰਚਾ ਦੇ ਵਿੱਚ ਆਏ ਪਿੰਡ ਜਲੂਰ ਦੇ ਵਿੱਚ ਦਲਿਤ ਪੰਚਾਇਤੀ ਜ਼ਮੀਨ ਦੇ ਵਿੱਚੋਂ ਦਲਿਤ ਰਾਖਵੀਂ ਜ਼ਮੀਨ ਸਮੂਹਿਕ ਤੌਰ ਤੇ ਲੈਣ ਦੇ ਵਿੱਚ ਸਫਲ ਹੋਏ ਨੇ। ਕੁਝ ਵਰੇ ਪਹਿਲਾਂ ਇਸੇ ਜ਼ਮੀਨ ਕਾਰਨ ਪਿੰਡ ਦੇ ਵਿੱਚ ਹਿੰਸਾ ਹੋਈ ਸੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਇਕਾਈ ਜ਼ਿਲ੍ਹਾ ਪ੍ਰਧਾਨਾਂ ਨੇ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਜ਼ਮੀਨ ਦਲਿਤ ਭਾਈਚਾਰੇ ਨੇ ਇਸ ਵਾਰ ਵੀ ਸਾਂਝੇ ਰੂਪ 'ਚ ਇਕੱਠੇ ਹੋ ਕੇ ਬੋਲੀ ਦਿੱਤੀ, ਜਿਸ ਨੂੰ 70 ਦੇ ਕਰੀਬ ਦਲਿਤ ਪਰਿਵਾਰਾਂ ਦੇ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਤੇ ਸਾਂਝੀ ਖੇਤੀ ਲਈ ਵਰਤਿਆ ਜਾਵੇਗਾ। ਯਾਨੀ ਕਿ ਕਹਿ ਸਕਦੇ ਹਾਂ ਕਿ ਇਸ ਪਿੰਡ ਦੇ ਵਿੱਚ ਦਲਿਤ ਭਾਈਚਾਰੇ ਦੀ ਜਿੱਤ ਹੋਈ ਹੈ। ਪਿੰਡ ਵਾਸੀਆਂ ਦੇ ਵੱਲੋਂ ਜਲੂਰ ਕਾਂਡ ਦੇ ਵਿੱਚ ਜ਼ਖਮੀ ਲੋਕਾਂ ਦਾ ਮੁਆਵਜ਼ਾ ਲੈਣ ਲਈ ਲੜਾਈ ਨੂੰ ਅੱਗੇ ਵਧਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਪਿੰਡ ਜਲੂਰ ਦੇ ਵਿੱਚ 16.5 ਏਕੜ ਪੰਚਾਇਤੀ ਜ਼ਮੀਨ ਦਲਿਤ ਭਾਈਚਾਰੇ ਦੇ ਲਈ ਰਾਖਵੀਂ ਹੈ ਤੇ 3 ਟੱਕ ਬਣਾ ਕੇ ਇਸ ਦੀ ਬੋਲੀ ਲਾਈ ਗਈ।
ਅੰਮ੍ਰਿਤਸਰ ਤੋਂ ਵੀ ਇੱਕ ਜਾਂਦੇ ਤੁਹਾਨੂੰ ਖਬਰ ਦੱਸ ਦਿੰਦੇ ਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਕਿ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਅੱਡਾ ਬਾਉਲੀ ਦੇ ਵਿੱਚ ਇੱਕ ਲੜਕੀ ਜੋ ਬਿਊਟੀ ਪਾਰਲਰ ਤੇ ਕੰਮ ਕਰਦੀ ਸੀ, ਰੋਜ਼ਾਨਾ ਵਾਂਗ ਬਿਊਟੀ ਪਾਰਲਰ ਤੇ ਕੰਮ ਕਰਨ ਗਈ ਸੀ, ਪਰ ਲੰਘੀ ਰਾਤ ਵਾਪਸ ਨਹੀਂ ਆਈ। ਜਦੋਂ ਮਾਪਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਥਾਂ ਤੇ ਭੀੜ ਇਕੱਠੀ ਹੋਈ ਸੀ ਤਾਂ ਜਾ ਕੇ ਦੇਖਿਆ ਕਿ ਉਹਨਾਂ ਦੀ ਲੜਕੀ ਨੂੰ ਗੋਲੀ ਮਾਰ ਕੇ ਕਿਸੇ ਨੇ ਕਤਲ ਕਰ ਦਿੱਤਾ ਸੀ ਤੇ ਉਸਦੀ ਛਾਤੀ ਦੇ ਉੱਤੇ ਹੀ ਪਿਸਤੌਲ ਰੱਖ ਕੇ ਹਮਲਾਵਰ ਫਰਾਰ ਹੋ ਗਏ ਸੀ। ਕਾਤਲ ਨੇ ਜਿਹੜੇ ਉਹ ਫਿਲਮੀ ਸਟਾਈਲ ਦੇ ਵਿੱਚ ਇਸ ਕੁੜੀ ਨੂੰ ਗੋਲੀ ਮਾਰ ਕੇ ਉਸਦੀ ਛਾਤੀ ਤੇ ਪਿਸਤੌਲ ਰੱਖ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੇ ਡੀਐਸਪੀ ਹੈੱਡਕੁਆਰਟਰ ਬਲਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਕੰਬੋਹ ਦੇ ਵਿੱਚ ਪਰਚਾ ਦਰਜ ਕਰ ਲਿਆ ਗਿਆ। ਮਰਨ ਵਾਲੀ ਲੜਕੀ ਵਿਆਹੀ ਹੋਈ ਸੀ, 4 ਸਾਲ ਦਾ ਬੱਚਾ ਵੀ ਸੀ। ਲੜਕੀ ਦਾ ਘਰ ਵਾਲਾ ਲੜਕੀ ਦੇ ਪੇਕੇ ਪਿੰਡ ਗੰਡਾ ਸਿੰਘ ਵਾਲਾ ਮਜੀਠਾ ਰੋਡ ਤੇ ਹੀ ਰਹਿੰਦਾ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।